सतनाम वाहिगुरु साहिब जी। राम सिमर राम सिमर यह तेरे काज है। माया को संग त्याग प्रभु जो की शरण लाग। जगत सुख मान मिथ्या झूठो सब साज है। रे मन कौन गत होए है तेरी। इस जग में राम नाम सो तो नहीं सुन्यो कान। बिखियन स्यों अतलुबान मत नाहिन फेरी। राम भज जन्म सिरात है। कहो कहाँ बार बार समझत नह क्यों गवार। बिन सत नह लगे बार ओरे समगात है। बीत जह जन्म अकाज रे। निस दिन सुन के प्राण समझत नह रे अजान। काल तौ पहुँच्यो आन कहा जह पहाज रे। बेसुमार अथाह अगनत तोले। जो बुलाओ त्यो नानक दास बोले। जेता जियो पिंड सब तेरा तू अंतर जामी पुरख भगवान। दासन दास कहे जन नानक जेहा तू कराए तेहा हो करी वख्यान। सतनाम वाहिगुरु साहिब जी। नह शीतलं चंद्रदेव नह शीतलं बावन चंदनः। नह शीतलं चंद्रदेवः नह शीतलं बावन चंदनः। नह शीतलं शीतृतेन नानक। शीतलं साधु स्वजनः। नह शीतलं शीतृतेन नानक। शीतलं साधु स्वजनः। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ ਜੋ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਦਇਆ ਕਿਰਪਾ ਬਖਸ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਦੁਆਰਾ ਅੰਮ੍ਰਿਤ ਬਾਣੀ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਤ ਕਰਨ ਦਾ ਸੁਭਾਗ ਅਵਸਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕੀ ਕਿਰਪਾ ਨੂੰ ਗੁਰੂ ਹਜ਼ੂਰੀ ਦੇ ਵਿੱਚ ਜੁੜ ਕੇ ਮਾਣਨ ਦਾ ਯਤਨ ਕਰ ਰਹੇ ਹਾਂ। ਸੰਸਾਰ ਦੇ ਵਿੱਚ ਇੱਕ ਆਮ ਸੁਭਾਅ ਹੈ ਕਿ ਮਨੁੱਖ ਨੂੰ ਰੋਜ਼ਾਨਾ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਵਸਤ ਖਰੀਦਣ ਦੇ ਲਈ ਧਨ ਆਦਿਕ ਖਰਚਣਾ ਪੈਂਦਾ ਹੈ। ਪਰ ਜਦ ਕਦੇ ਧਨ ਖਰਚਣ ਦੇ ਬਾਵਜੂਦ ਚੰਗੀ ਵਸਤ ਨਾ ਮਿਲੇ ਜਾਂ ਪ੍ਰਾਪਤ ਕੀਤੀ ਹੋਈ ਵਸਤ ਦੇ ਵਿੱਚ ਕੋਈ ਖੋਟ ਨਿਕਲ ਆਵੇ ਤਾਂ ਬੰਦਾ ਪਰੇਸ਼ਾਨ ਹੁੰਦਾ। ਅਤੇ ਇੱਕ ਤਾਂ ਉਹ ਜਿਹੜੀ ਹੈ ਘੱਟ ਗੁਣਾ ਵਾਲੀ ਚੀਜ਼ ਦਾ ਝੋਰਾ ਲੱਗਦਾ ਕਿ ਦੂਜਾ ਇਹ ਲੱਗਦਾ ਕਿ ਇਸ ਦੇ ਬਦਲੇ ਕੀਮਤ ਅਦਾ ਜ਼ਿਆਦਾ ਕਰ ਦਿੱਤੀ। ਇਸੇ ਪ੍ਰਕਾਰ ਜਿਹੜਾ ਅਧਿਆਤਮਿਕ ਤਲ 'ਤੇ ਜਾਗਿਆ ਮਨੁੱਖ ਹੈ ਉਸ ਨੂੰ ਪਤਾ ਹੈ ਕਿ ਸਵਾਸ ਤਾਂ 45 ਮਿੰਟ ਦੇ ਗੁਰੂ ਘਰ ਵੀ ਖਰਚ ਹੋਣੇ ਨੇ, ਪਰ ਇਹਨਾਂ ਨੂੰ ਖਰਚਣ ਦਾ ਲਾਭ ਇਹ ਹੈ ਕਿ ਬਾਅਦ 'ਚ ਦਿਨ ਭਰ ਦਾ ਇੱਕ ਟਿਕਾ, ਇੱਕ ਮਾਨਸਿਕ ਸਕੂਨ, ਇੱਕ ਆਤਮਿਕ ਸੰਤੁਲਨ, ਇੱਕ ਜੀਵਨ ਦਾ ਗੁਰਮਤਿ ਅਨੁਸਾਰ ਮਰਯਾਦਾਮਈ ਜਬਤ ਬਣਿਆ ਰਹੇਗਾ। ਜਿਵੇਂ ਕਈ ਵਾਰੀ ਵਸਤ ਖਰੀਦਦੇ ਹਾਂ ਤਾਂ ਚੰਗੀ ਵਸਤ ਮਿਲ ਜਾਂਦੀ ਹੈ, ਪਰ ਜੇ ਕੋਈ ਦੂਜਾ ਕਹੇ ਜੀ ਇਹ ਤਾਂ ਬੜੀ ਮਹਿੰਗੀ ਹੈ ਤਾਂ ਅਸੀਂ ਫਿਰ ਉਸ ਦੀ ਮਹਿੰਗੇ ਨੂੰ ਇਹ ਗੱਲ ਕਹਿ ਕੇ ਇਨਕਾਰ ਕਰ ਦਿੰਦੇ ਹਾਂ, ਨਹੀਂ ਵਸਤ ਦੀ ਮਹੱਤਤਾ ਦੇਖੋ। ਇਸੇ ਪ੍ਰਕਾਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜਿਹੜਾ ਧਾਰਮਿਕ ਜੀਵਨ ਜਿਉਣ ਦੀ ਜੁਗਤ ਸਿਖਾਈ ਹੈ ਉਹ ਸਮਾਜਿਕਤਾ ਦੇ ਵਿੱਚੋਂ ਉੱਭਰਦੀ ਹੈ, ਸਮਾਜਿਕਤਾ ਦੇ ਵਿੱਚੋਂ ਸਮਝ ਆ ਸਕਦੀ ਹੈ। ਅਸੀਂ ਸਾਰੇ ਇਸ ਤਰ੍ਹਾਂ ਦਾ ਸੁਭਾਅ ਰੱਖਦੇ ਹਾਂ, ਦੁਨਿਆਵੀ ਤੌਰ 'ਤੇ ਜਿਉਣ ਵਾਲੇ ਹਾਂ, ਤਾਂ ਇਹੀ ਜੇ ਸਾਡੀ ਦ੍ਰਿਸ਼ਟੀ ਅਧਿਆਤਮਿਕ ਤੌਰ ਵਾਲੇ ਪਾਸੇ ਪ੍ਰਵਿਰਤ ਹੋ ਜਾਏ ਤਾਂ ਸਾਨੂੰ ਸਮਝ ਆ ਜਾਏਗੀ ਕਿ ਗੁਰੂ ਕੀ ਸਤ ਸੰਗਤ ਵਿੱਚ ਜੁੜਨਾ, ਇੱਥੇ ਆਪਣੇ ਸਵਾਸ ਗੁਰੂ ਯਾਦ ਦੇ ਵਿੱਚ ਬਤੀਤ ਕਰਨੇ ਕਿੰਨੇ ਲਾਭਦਾਇਕ ਹਨ। ਸਤਿਗੁਰੂ ਕਿਰਪਾ ਕਰਨ ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ ਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ, ਪਾਵਨ ਬਾਣੀ ਦੀ ਵਿਆਖਿਆ ਨਾਲ ਜੁੜਨ ਦਾ ਗੁਰੂ ਕਿਰਪਾ ਸਦਕਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਹ ਸੀਤਲੰ ਚੰਦਰ ਦੇਵ, ਨਹ ਸੀਤਲੰ ਬਾਵਨ ਚੰਦਨਹ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਚਰਿਤ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੇ ਸ਼ਬਦ ਅਭਿਆਸ ਦੇ ਵਿੱਚ ਗੁਰਮੁਖ ਰੂਪ ਦੇ ਵਿੱਚ ਆਪਣੀ ਸਾਰੇ ਜੀਵਨ ਨੂੰ ਪ੍ਰਵਿਰਤ ਕਰਕੇ ਸਾਨੂੰ ਆਪਣੀ ਸ਼ਹਾਦਤ ਦੁਆਰਾ ਇਹ ਪ੍ਰਮਾਣ ਦਿੱਤਾ ਸੀ ਕਿ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਉਸ ਮਾਲਕ ਦੇ ਸੀਤਲ ਨਾਮ ਦਾ ਆਲਮ ਪਸਰਿਆ ਹੋਇਆ ਹੈ, ਜਿਸ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਅਤ ਸੀਤਲ ਨਾਮ ਵਸਿਆ ਹੋਇਆ ਹੈ, ਸੰਸਾਰ ਦੀ ਤਪਸ਼, ਵਿਕਾਰਾਂ ਦਾ ਸੇਕ, ਮਾਨਸਿਕ ਜਿਹੜੀ ਜਲਾਂਦ ਸੜਨ ਹੈ, ਉਹ ਮਨੁੱਖ ਦੇ ਜੀਵਨ ਨੂੰ ਰੱਤਾ ਭਰ ਵੀ ਪਛੇਮਾਨ ਦੁਖੀ ਨਹੀਂ ਕਰ ਸਕਦੀ। ਸੋ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸ਼ਲੋਕ ਸਹਿਸਕ੍ਰਿਤੀ ਦੇ ਬਾਣੀ ਦੁਆਰਾ ਬੜੀ ਪਰਮ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਨਹ ਸੀਤਲੰ ਚੰਦਰ ਦੇਵਹ, ਨਹ ਸੀਤਲੰ ਬਾਵਨ
ਚੰਦਨ ਹੈ। ਵਰਤਮਾਨ ਜਿਹੜਾ ਯੁੱਗ ਹੈ, ਜਿੱਥੇ ਮਨੁੱਖ ਨੂੰ ਪਦਾਰਥਕ ਪ੍ਰਾਪਤੀ ਦੀ ਇੱਛਾ ਹੈ, ਦਿਨ ਰਾਤ ਸੁਰਤ ਇਸੇ ਪਾਸੇ ਲੱਗੀ ਰਹਿੰਦੀ ਹੈ ਕਿ ਜੀਵਨ ਦੀਆਂ ਲੋੜਾਂ ਮਾਇਕੀ ਤੌਰ 'ਤੇ, ਪਦਾਰਥਕ ਤੌਰ 'ਤੇ ਕਿਵੇਂ ਪੂਰੀਆਂ ਹੋ ਜਾਣ। ਹਰੇਕ ਮਨੁੱਖ ਦੀ ਬਹੁ ਗਿਣਤੀ ਦੀ ਸੁਰਤ ਇਸੇ ਪਾਸੇ ਲੱਗੀ ਰਹਿੰਦੀ ਹੈ। ਪਰ ਉੱਥੇ ਦੁਨਿਆਵੀ ਤੌਰ 'ਤੇ ਜਿਉਣ ਵਾਲੇ ਬਹੁਤੇ ਐਸੇ ਮਨੁੱਖ ਵੀ ਹਨ ਜਿਹੜੇ ਸਭ ਕੁਝ ਹੁੰਦਿਆਂ ਜਾਂ ਸਭ ਕੁਝ ਦੀ ਘਾਟ ਦੇ ਬਾਵਜੂਦ ਵੀ ਦੋਵੇਂ ਇਹ ਨਹੀਂ ਕਿ ਜਿਹੜਾ ਮਾਇਕੀ ਤੌਰ 'ਤੇ ਅਜੇ ਅਧੂਰਾ ਹੈ ਉਹ ਆਤਮਿਕ ਸਕੂਨ ਦੀ ਭਾਲ ਨਹੀਂ ਕਰ ਰਿਹਾ, ਉਹ ਵੀ ਹੀ ਕਰ ਰਿਹਾ ਹੈ। ਜੇ ਪਦਾਰਥਕ ਤੌਰ 'ਤੇ ਸੰਪੰਨਤਾ ਵਾਲਾ ਕਰ ਰਿਹਾ ਹੈ ਅਤੇ ਮਾਇਕੀ ਤੌਰ 'ਤੇ, ਪਦਾਰਥਕ ਤੌਰ 'ਤੇ ਅਧੂਰੇਪਣ ਵਾਲਾ ਜੀਵਨ ਜਿਉਣ ਵਾਲਾ ਵੀ ਐਸੀ ਇੱਛਾ ਰੱਖ ਕੇ ਯਤਨ ਕਰ ਰਿਹਾ। ਹੁਣ ਇਸ ਜਦੋਂ ਮਨੁੱਖ ਦੇ ਅੰਦਰ ਇਹ ਉਪਜਦੀ ਸਥਿਤੀ ਕਦੋਂ ਉਪਜਦੀ ਹੈ? ਜਦੋਂ ਮਨੁੱਖ ਕਦੇ ਗਹਿਰੀ ਝਾਤ ਉਹਦੇ ਜੀਵਨ ਅੰਦਰ ਵੱਧ ਜਾਂਦੀ ਹੈ। ਗੁਰਬਾਣੀ ਨੂੰ ਅਸੀਂ ਬਹੁਤ ਵਾਰੀ ਕੇਵਲ ਆਪਣੀ ਰਸਨਾ ਤੱਕ ਰੱਖਦੇ ਹਾਂ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਾਂ ਗੁਰਬਾਣੀ ਦੇ ਪਾਵਨ ਵਾਕ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸਾਰੀ ਜ਼ਿੰਦਗੀ ਮਨੁੱਖ ਦੀ ਫਿਤਰਤ ਬਾਹਰ ਦੇਖਣ ਦੀ ਹੈ, ਸਾਰੀ ਜ਼ਿੰਦਗੀ ਬਾਹਰ ਮੁਖੀ ਰਹਿੰਦਾ ਹੈ ਮਨੁੱਖ। ਪਰ ਜੇ ਕਦੇ ਗੁਰੂ ਕਿਰਪਾ ਦੇ ਨਾਲ ਜਾਂ ਆਪਣੇ ਕਿਸੇ ਅਕਲੀ ਯਤਨ ਦੇ ਨਾਲ ਮਨੁੱਖ ਦੀ ਅੰਤਰ ਆਤਮੇ ਦੇ ਵਿੱਚ ਝਾਤ ਵੱਜ ਜਾਏ ਅਤੇ ਮਨੁੱਖ ਅਜਿਹਾ ਮਹਿਸੂਸ ਕਰਦਾ ਹੈ, ਫਿਰ ਉਹਦੀ ਉਦਾਸੀ ਨੂੰ, ਉਹਦੀ ਚਿੰਤਾ ਨੂੰ, ਉਹਦੇ ਫਿਕਰ ਨੂੰ, ਉਹਦੀ ਜਿਹੜੀ ਸਭ ਪ੍ਰਕਾਰ ਦੀ ਉਹ ਮਾਨਸਿਕ ਤੌਰ 'ਤੇ ਦੁਬਿਧਾ ਚਿੰਤਾ ਪੈਦਾ ਹੋਈ ਹੈ, ਉਹਦਾ ਹੱਲ ਲੱਭਣਾ ਵੀ ਫਿਰ ਉਹਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਰਕੇ ਦੁਨੀਆ ਦੇ ਜਿੰਨੇ ਰਹਿਬਰੀ ਪੁਰਸ਼ ਹੋਏ ਨੇ, ਉਹਨਾਂ ਨੇ ਪਹਿਲੇ ਪੱਧਰ 'ਤੇ ਜਦੋਂ ਹੀ ਉਹਨਾਂ ਨੇ ਆਪਣੇ ਜੀਵਨ ਨੂੰ ਅੰਦਰੂਨੀ ਤੌਰ 'ਤੇ ਝਾਤ ਮਾਰ ਕੇ ਦੇਖਿਆ ਤਾਂ ਆਪਣੇ ਆਪ ਨੂੰ ਇੰਨਾ ਅਧੂਰਾ, ਇੰਨਾ ਛਿਣ ਪੰਗਰ, ਇਤਨਾ ਹਲਕੇ ਅਰਥਾਂ ਵਾਲਾ ਮਹਿਸੂਸ ਕੀਤਾ ਕਿ ਜੀਵਨ ਦੀ ਸਹੀ ਸੋਝੀ ਆ ਗਈ। ਇਸੇ ਪ੍ਰਕਾਰ ਜਦੋਂ ਵਰਤਮਾਨ ਮਨੁੱਖ ਦੇਖਦਾ ਹੈ, ਕੱਲ੍ਹ ਕਿਤੇ ਵਿਚਾਰ ਹੋ ਰਹੀ ਸੀ ਤਾਂ ਉਹਦੇ ਵਿੱਚ ਨੁਕਤਾ ਇਹੀ ਕੇਂਦਰਿਤ ਸੀ ਕਿ ਬੰਦਾ ਸੰਗ੍ਰਹਿਤ ਕੀ ਕਰੇ। 20-25 ਸਾਲ ਜਾਂ ਅੱਧੀ ਜ਼ਿੰਦਗੀ ਸਾਧਨਾ ਕਰਕੇ ਵਿੱਦਿਆ ਦਾ ਧਨ ਇਕੱਤਰਿਤ ਕਰਦਾ ਹੈ। ਸਾਰਾ ਦਿਨ ਬੁੱਧੀ ਦੀ, ਜਿਵੇਂ ਚੰਡੀ ਦੀ ਹੈ ਕੋਈ ਕਈ ਆਦਿਕ, ਲੋਹੇ ਦਾ ਔਜ਼ਾਰ ਚੰਡੀ ਦਾ, ਸਾਰਾ ਦਿਨ ਬੁੱਧੀ ਨੂੰ ਕਿਤਾਬਾਂ, ਗਿਆਨ ਦੇ ਵਾਕਾਂ ਦੇ ਨਾਲ ਚੰਡਦਾ ਰਹਿੰਦਾ ਹੈ। ਫਿਰ ਸਿਮਰਤੀ ਦੇ ਵਿੱਚ ਟਿਕਾਉਂਦਾ ਹੈ, ਫਿਰ ਕਥਨੀ ਦਾ ਹਿੱਸਾ ਬਣਾ ਕੇ ਸੰਸਾਰ ਨੂੰ ਪਰੋਸਦਾ ਹੈ, ਕਿਤਾਬਾਂ ਦੁਆਰਾ ਵਿਅਕਤ ਕਰਦਾ ਹੈ। ਪਰ ਜਦੋਂ ਜੀਵਨ ਦਾ ਇੱਕ ਹਿੱਸਾ ਬੀਤ ਜਾਂਦਾ ਹੈ, ਜਿਹੜੀ ਮਨੁੱਖ ਦੀ ਸਿਮਰਤੀ ਹੈ, ਜਿਹਨੂੰ ਮੈਮਰੀ ਕਹਿੰਦੇ ਆ, ਉਹ ਮੰਦ ਪੈਣ ਲੱਗਦੀ ਹੈ ਤਾਂ ਉਹ ਸਾਰੀ ਵਿੱਦਿਆ ਜਾਂਦੀ ਰਹਿੰਦੀ। ਪਦਾਰਥਕ ਸਾਰੀ ਜ਼ਿੰਦਗੀ ਮਨੁੱਖ ਇਕੱਤਰਿਤ ਕਰਕੇ ਸੰਗ੍ਰਹਿਤ ਕਰਦਾ ਹੈ। ਜਦੋਂ ਸਰੀਰ ਦੇ ਵਿੱਚ ਬਲ ਨਹੀਂ ਰਹਿ ਜਾਂਦਾ, ਰਸਨਾ ਦੇ ਉੱਪਰ ਕੋਈ ਸਵਾਦ ਨਹੀਂ ਕੰਮ ਕਰਦਾ, ਤਾਂ ਉਹ ਸਾਰਾ ਪਦਾਰਥ ਵੀ ਬੰਦੇ ਲਈ ਕਿਸੇ ਅਰਥ ਨਹੀਂ ਰਹਿੰਦਾ। ਸੰਬੰਧੀਆਂ ਵਾਲੇ ਦੇ ਤੌਰ 'ਤੇ ਜੀਵਿਆ ਹੋਇਆ ਜੀਵਨ, ਇੱਕ ਸਮਾਂ ਆਉਂਦਾ ਸੰਬੰਧੀਆਂ ਦੇ ਜੀਵਨ ਦੀ ਆਪੋ ਆਪਣੀ ਤੋਰ ਵੱਖਰੀ ਹੋ ਜਾਂਦੀ ਹੈ। ਮਨੁੱਖ ਇਕੱਲਤਾ ਦੇ ਆਲਮ ਵਿੱਚ ਰਹਿਣ ਲੱਗ ਪੈਂਦਾ। ਦੁਨੀਆ ਦਾ ਕੋਈ ਐਸੀ ਪ੍ਰਤਿਭਾਵ ਜੀ ਦਿਖਲਾਵੋ ਜਾਂ ਜਾਣ ਲਵੋ ਜਿਹੜੀ ਮਨੁੱਖ ਦੇ ਅੰਤਮ ਤੱਤ ਦੇ ਨਾਲ ਪੁੱਗਦੀ ਹੋਵੇ। ਫਿਰ ਇਸ ਮਨੁੱਖ ਦੀ ਮਰਜ਼ ਕਿ ਮੇਰਾ ਟੈਲੈਂਟ, ਮੇਰੀ ਵਿੱਦਿਆ, ਪ੍ਰਤਿਭਾ, ਗੁਣ, ਇੱਜ਼ਤ, ਸਨਮਾਨ ਕੁਝ ਵੀ ਮੇਰੇ ਜੀਵਨ ਦਾ ਪੂਰੀ ਤਰ੍ਹਾਂ ਅੰਤਮ ਤੱਕ ਦਾ ਸਹਾਇਕ ਨਹੀਂ ਹੈ। ਫਿਰ ਇਸ ਮਨੁੱਖ ਦੇ ਅੰਦਰ ਜਿਹੜੀ ਚਿੰਤਾ ਪੈਦਾ ਹੁੰਦੀ ਹੈ, ਉਹਦੀ ਮਰਜ਼ ਦਾ ਇਲਾਜ ਗੁਰੂ ਘਰ ਹੈ। ਉਸ ਦੀ ਮਰਜ਼ ਦਾ ਇਲਾਜ ਗੁਰੂ ਘਰ ਹੈ ਕਿ ਹੁਣ ਜਿੱਥੇ ਉਹਦੀ ਕੋਈ ਪ੍ਰਤਿਭਾ ਉਹਦੇ ਨਾਲ ਨਹੀਂ ਪੁੱਗ ਰਹੀ, ਕਮਾਇਆ ਉਹਨੂੰ 20-25 ਸਾਲ ਲਗਾ ਕੇ ਹੈ। ਕੋਈ ਵੀ ਪ੍ਰਤਿਭਾ ਹੈ, ਧਨ ਵੀ 5-7 ਸਾਲ 'ਚ ਨਹੀਂ ਕਮਾਇਆ ਜਾਂਦਾ, ਸਾਰੀ ਜ਼ਿੰਦਗੀ ਲੱਗ ਜਾਂਦੀ। ਕੋਈ ਵੀ ਪੱਧਰ ਹੈ ਤਾਂ ਉਹੀ ਨਹੀਂ ਪੁੱਗ ਰਹੀ, ਤਾਂ ਫਿਰ ਉਸ ਮਨੁੱਖ ਦੀ ਮਰਜ਼ ਦਾ ਇਲਾਜ ਗੁਰੂ ਕੀ ਸਤ ਸੰਗਤ ਕਰਦੀ ਹੈ। ਅਤੇ ਇਸੇ ਪ੍ਰਕਾਰ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਆਤਮਿਕ ਸਕੂਨ ਦੀ ਭਾਲ ਹੈ, ਉਹ ਬੜੇ ਪ੍ਰਕਾਰ ਦੇ ਯਤਨ ਕਰਦੇ ਹਨ। ਤਾਂ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਨਹ ਸੀਤਲੰ ਚੰਦਰ ਦੇਵ ਹੈ। ਆਮ ਕਰਕੇ ਸੰਸਾਰ ਦੇ ਵਿੱਚ ਠੰਡਕ ਦੇਣ ਵਾਲੇ ਸਾਧਨ ਮੰਨੇ ਜਾਂਦੇ ਹਨ। ਚੰਦਰਮਾ ਨੂੰ ਸੀਤਲਤਾਈ ਦਾ ਸੋਮਾ ਮੰਨਿਆ ਜਾਂਦਾ ਹੈ। ਜਿਹੜੀ ਚੰਦਰਮਾ ਦੀ ਰੌਸ਼ਨੀ ਹੈ, ਇਹ ਬੜੀ ਸੀਤਲਦਾਇਕ ਹੈ, ਪ੍ਰਕਾਸ਼ ਵੀ ਦਿੰਦੀ ਹੈ, ਠੰਡਕ ਵੀ ਦਿੰਦੀ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਹ ਸੀਤਲੰ ਬਾਵਨ ਚੰਦਨ ਹੈ, ਨਾ ਹੀ 52 ਉਂਗਲੀਆਂ ਵਾਲਾ ਚੰਦਨ ਬੜਾ ਸੀਤਲ ਹੈ। ਸੀਤਲ ਦਾ ਭਾਵ ਜਿਹੜਾ ਸਾਨੂੰ ਠੰਡਕ ਪਹੁੰਚਾਵੇ। ਹੁਣ ਇਸੇ ਪ੍ਰਕਾਰ ਚੰਦਰਮਾ ਦੀ ਪੁੰਨਿਆ ਦੀ ਰਾਤ ਦੀ ਬੜੀ ਮਹਿਮਾ ਹੈ। ਕਾਹਦੇ ਕਰਕੇ? ਕਿ ਉਹਦਾ ਜਿਹੜਾ ਨਿਰਮਲ ਚਾਨਣ ਹੈ
ਜਿਹੜਾ ਸੀਤਲ ਚਾਨਣ ਹੈ ਸੂਰਜ ਦਾ ਵੀ ਚਾਨਣ ਹੈ, ਪਰ ਇਹ ਆਖਰ ਦੇ ਵਿੱਚ ਤਪਸ਼ ਵਿੱਚ ਤਬਦੀਲ ਹੋ ਜਾਂਦਾ ਹੈ, ਜਿਹੜੀ ਗਰਮੀ ਆਦਿਕ ਲੱਗਣ ਲੱਗ ਪੈਂਦੀ ਹੈ। ਪਰ ਚੰਦਰਮਾ ਦਾ ਚਾਨਣ ਸੀਤਲਤਾਈ ਵਰਗਾ ਹੈ। ਤਾਂ ਇਸੇ ਪ੍ਰਕਾਰ ਜਿਹੜਾ ਚੰਦਨ ਆਦਿਕ ਧਾਤ ਹੈ ਇਹ ਬੜੀ ਠੰਡਕ ਮੰਨੀ ਜਾਂਦੀ ਹੈ। ਹੁਣ ਤਾਂ ਚਲੋ ਏਸੀ ਆਦਿਕ ਸਾਧਨ ਆ ਗਏ, ਤਾਂ ਪਹਿਲਾਂ ਲੋਕ ਗਰਮੀਆਂ ਦੇ ਦਿਨਾਂ ਵਿੱਚ ਚੰਦਨ ਦਾ ਲੇਪ ਸਾਰੇ ਸਰੀਰ ਉੱਪਰ ਕਰ ਲੈਂਦੇ ਸਨ, ਠੰਡਕ ਰਹਿੰਦੀ ਸੀ। ਅੱਜ ਵੀ ਜਿਹੜੇ ਵਿੱਦਿਆ ਦਾ ਅਭਿਆਸ ਕਰਨ ਵਾਲੇ ਲੋਕ ਨੇ ਉਹ ਚੰਦਨ ਨੂੰ ਘਿਸ ਕੇ ਸਾਰੇ ਮੱਥੇ ਉੱਪਰ ਲੇਪ ਕਰਦੇ ਨੇ ਕਿ ਮਸਤਕ ਠੰਡਾ ਰਹੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਚੰਦਨ ਨੂੰ ਬੜਾ ਠੰਡਾ ਮੰਨਿਆ ਗਿਆ ਹੈ। ਇੰਨਾ ਠੰਡਾ ਮੰਨਿਆ ਗਿਆ ਕਿ ਜ਼ਹਿਰ ਨਾਲ ਭਰੇ ਹੋਏ ਸੱਪ ਇਹਦੇ ਦੁਆਲੇ ਲਿਪਟ ਕੇ ਆਪਣੇ ਆਪ ਨੂੰ ਠੰਡਕ ਪਹੁੰਚਾਉਂਦੇ ਹਨ। ਪਰ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਠੰਡੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੀਜੀ ਜਿਹੜੀ ਠੰਡਕ ਦੀ ਗੱਲ ਮੰਨੀ ਜਾਂਦੀ ਹੈ ਉਹ ਹੈ ਸਰਦ ਰੁੱਤ ਮੰਨੀ ਜਾਂਦੀ ਹੈ। ਜਰਾ ਜਿੰਨਾ ਮਨੁੱਖ ਗਰਮ ਨਿੱਘ ਵਾਲੇ ਕੱਪੜਿਆਂ ਤੋਂ ਬਾਹਰ ਨਿਕਲੇ ਤਤਸ਼ਨ ਪਤਾ ਲੱਗ ਜਾਂਦਾ ਕਿ ਅੱਜ ਸਰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਇਹ ਤਿੰਨ ਚੀਜ਼ਾਂ ਠੰਡਕ ਭਰੀਆਂ ਮੰਨੀਆਂ ਜਾਂਦੀਆਂ ਹਨ, ਪਰ ਇਹ ਤਿੰਨੇ ਚੀਜ਼ਾਂ ਸੀਤਲਤਾਈ ਠੰਡਕ ਵਰਤਾਉਂਦੀਆਂ ਹੋਈਆਂ ਵੀ ਅਧੂਰੀਆਂ ਹਨ, ਕਿਉਂਕਿ ਇਹ ਮਨੁੱਖ ਦੇ ਸਰੀਰਕ ਤਲ 'ਤੇ ਜਿਹੜੀ ਹੈ ਠੰਡਕ ਪਹੁੰਚਾਉਂਦੀਆਂ ਨੇ। ਆਤਮਿਕ ਤਲ 'ਤੇ ਮਨੁੱਖ ਫਿਰ ਕਿਸੇ ਨਾ ਕਿਸੇ ਤਪਸ਼ ਦੇ ਵਿੱਚ ਸੜਦਾ ਰਹਿੰਦਾ। ਇਸੇ ਕਰਕੇ ਆਪ ਜੀ 12ਵਾਂ ਬਾਣੀ ਦੀ ਗੋਹਜ ਨਾਲ ਵਿਚਾਰ ਕਰੋ ਤਾਂ ਸਮਝ ਆਏਗਾ ਕਿ ਗੁਰੂ ਸਾਹਿਬ ਜੀ ਕਹਿੰਦੇ ਆਸਾੜ ਤਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ। ਦੂਜੇ ਪਾਸੇ ਪੋਖ ਦਾ ਮਹੀਨਾ ਪੜ੍ਹੋ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ। ਹੁਣ ਮਨੁੱਖ ਪੁੱਛੇਗਾ ਕਿ ਜਦੋਂ ਰੁੱਤ ਦੇ ਵਿੱਚ ਗਰਮੀ ਦਾ ਪ੍ਰਭਾਵ ਹੈ ਤਾਂ ਗਰਮੀ ਦਾ ਪ੍ਰਭਾਵ ਝਲਕੇਗਾ, ਜੇ ਰੁੱਤ ਦੇ ਵਿੱਚ ਸਰਦ ਹੈ ਤਾਂ ਸਰਦ ਤਾਂ ਮਹਿਸੂਸ ਹੋਏਗੀ। ਪਰ ਗੁਰਬਾਣੀ 'ਚ ਇਹਦੇ ਵਿਪਰੀਤ ਲਿਖਿਆ ਹੋਇਆ ਕਿ ਆਸਾੜ ਤਪੰਦਾ ਭਾਵ ਕਿ ਜੇਠ ਹਾੜ ਦੇ ਮਹੀਨੇ ਉਹਨੂੰ ਤਪਦੇ ਨਹੀਂ ਲੱਗਦੇ, ਜਿਹੜੇ ਪ੍ਰਭੂ ਯਾਦ ਵਿੱਚ ਸਮਾਏ ਹੋਏ ਨੇ। ਇਹ ਗੱਲ ਕਿਵੇਂ ਵਾਪਰਦੀ? ਗੱਲ ਇਵੇਂ ਵਾਪਰਦੀ ਹੈ ਕਿ ਜਦੋਂ ਮਨੁੱਖ ਬੰਦਗੀ ਦੇ ਵਿੱਚ ਰਤਿਆ ਜਾਂਦਾ ਹੈ, ਨਾਮ ਅਭਿਆਸ ਵਾਲਾ ਹੋ ਜਾਂਦਾ ਹੈ, ਅਤੇ ਉਹਦਾ ਦੇਹ ਦਾ ਰਸਾਇਣਕ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਰਸਾਇਣਕ ਪਰਿਵਰਤਨ ਦਾ ਭਾਵ ਇਹ ਹੈ ਕਿ ਉਹ ਆਮ ਪਰਿਸਥਿਤੀਆਂ ਦੇ ਵਿੱਚ ਉਵੇਂ ਦਾ ਬਿਹੇਵ ਨਹੀਂ ਕਰਦਾ ਜਿਵੇਂ ਦੇ ਆਮ ਇਨਸਾਨ ਕਰਦੇ ਨੇ। ਮੈਂ ਕਿਸੇ ਪੁਰਖ ਨੂੰ ਇੱਕ ਵਾਰੀ ਮੇਰੀ ਜ਼ਿੰਦਗੀ 'ਚ ਮਿਲਣ ਦਾ ਸੁਭਾਗ ਬਣਿਆ, ਤਾਂ ਅੱਤ ਗਰਮੀ ਦੀ ਮਤਲਬ ਰੁੱਤ ਸੀ ਇਹਨਾਂ ਹੀ ਦਿਨਾਂ ਦੇ ਵਿੱਚ, ਤਾਂ ਉਹਨੇ ਬੜਾ ਮੋਟਾ ਕੰਬਲ ਦਾ ਵਸਤਰ ਧਾਰਨ ਕੀਤਾ ਹੋਇਆ ਸੀ। ਤਾਂ ਮੈਂ ਕਿਹਾ ਜੀ ਜਾਂ ਤਾਂ ਇਹ ਪਖੰਡ ਹੈ ਜਾਂ ਫਿਰ ਹੱਠ ਹੈ ਜਾਂ ਕੁਝ ਹੋਰ ਹੈ। ਉਹ ਕਹਿਣ ਲੱਗੇ ਨਾ ਇਹ ਪਖੰਡ ਹੈ, ਨਾ ਇਹ ਹੱਠ ਹੈ, ਨਾ ਕੁਝ ਹੋਰ ਹੈ, ਮੈਂ ਇਹਨੂੰ ਉਸੇ ਤਰ੍ਹਾਂ ਹੀ ਜਾਣਦਾ, ਮੈਂ ਸਾਰੀ ਸਿਆਲ ਗਰਮੀਆਂ 'ਚ ਇਹੀ ਵਸਤਰ ਧਾਰਨ ਕਰਕੇ ਰੱਖਦਾ। ਮੈਂ ਕਿਹਾ ਜੀ ਕਾਰਨ? ਅਤੇ ਮੈਂ ਕਿਹਾ ਜੀ ਫਿਰ ਇਹਦੇ ਨਾਲ ਤਾਂ ਫਿਰ ਤਪਸ਼ ਪੈਂਦੀ ਹੋਏਗੀ, ਮਤਲਬ ਇਹਦਾ ਕੱਪੜਾ ਸਿਆਲ 'ਚ ਧਾਰਨ ਕਰਨ ਵਾਲਾ ਹੈ। ਕਹਿੰਦੇ ਜਿੰਨਾ ਚਿਰ ਤੱਕ ਸਰੀਰ ਦੇ ਤਲ 'ਤੇ ਜੀਏ ਉਨਾ ਚਿਰ ਵਸਤਰਾਂ ਦੀ ਸੋਝੀ ਰਹਿੰਦੀ ਹੈ, ਜਰਾ ਜਿੰਨਾ ਹੀ ਸਰੀਰ ਤੋਂ ਉੱਪਰ ਉੱਠ ਜੇ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਰਹਿੰਦੀ। ਕਹਿੰਦੇ ਜ਼ਿਆਦਾ ਯਕੀਨ ਨਹੀਂ ਆਉਂਦਾ ਤਾਂ ਵਸਤਰ ਚੁੱਕ ਕੇ ਦਿਖਾਇਆ, ਹੇਠਾਂ ਪਸੀਨੇ ਦਾ ਇੱਕ ਕਿਣਕਾ ਵੀ ਨਹੀਂ ਸੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸਵਜਨ। ਔਰ ਦੂਜੀ ਗੱਲ ਇੱਥੇ ਵੀ ਮਨੁੱਖ ਬਾਹਰ ਤਲ 'ਤੇ ਜਿਉਂਦਾ ਹੈ। ਬਾਹਰੀ ਤਲ 'ਤੇ ਮਨੁੱਖ ਸੀਤਲਤਾਈ ਕਰੇਗਾ, ਵਹੀਕਲ ਦੇ ਵਿੱਚ ਹੋ ਜਾਏ, ਦਫ਼ਤਰ ਦੇ ਵਿੱਚ ਹੋ ਜਾਏ, ਘਰ ਦੇ ਵਿੱਚ ਹੋ ਜਾਏ, ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਵੀ ਹੋ ਜਾਏ। ਹੁਣ ਉਦਾਹਰਨ ਦੇ ਤੌਰ 'ਤੇ ਕਥਾ ਦੇ ਦੌਰਾਨ ਮੈਂ ਪੱਖਾ ਬੰਦ ਰੱਖਦਾ, ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਸੁਰਤ ਗੁਰੂ ਸ਼ਬਦ ਨਾਲ ਗੁਰੂ ਕਿਰਪਾ ਸਦਕਾ ਥੋੜ੍ਹੀ ਬਹੁਤ ਜੁੜੀ ਰਹਿੰਦੀ ਹੈ। ਇਸੇ ਕਰਕੇ ਜਦੋਂ ਲਿਵਲੀਨਤਾ ਬਣਦੀ ਹੈ ਉਦੋਂ ਹੀ ਬਾਹਰ ਦੇ ਪੱਧਰ ਵਿਨਸਦੇ ਹਨ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਾਉਂਦੇ ਹਨ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸਵਜਨ। ਅਸਲ ਸੀਤਲਤਾ ਦੇਣ ਵਾਲੀ, ਠੰਡਕ ਪਹੁੰਚਾਉਣ ਵਾਲੀ ਹੈ ਸਾਧ ਜਨਾਂ ਦੀ ਸੰਗਤ। ਹੁਣ ਮਨੁੱਖ ਕਹੇਗਾ ਮੇਰੇ ਸਰੀਰ ਨੂੰ ਠੰਡ ਆ ਰਹੀ, ਮੈਨੂੰ ਕਿਸੇ ਹੋਰ ਸੀਤਲ ਦਾ ਕੀ ਲੋੜ ਹੈ? ਪਰ ਉਹਦੀ ਸੀਤਲਤਾ, ਉਹਦੀ ਤਪਸ਼ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਬਾਕਾਇਦਾ ਉਹਦਾ ਇੱਕ ਡਾਕਟਰ ਉਹਨੂੰ ਸਵੇਰੇ ਸ਼ਾਮ ਈਮੇਲ ਇੰਟਰਸਟਿੰਗ ਕਰਦਾ ਵੀ ਆਹ ਕੁਝ ਵਰਤਣਾ, ਆਹ ਕੁਝ ਨਹੀਂ, ਮਾਨਸਿਕ ਤੌਰ 'ਤੇ ਇੰਨਾ ਪਛੇਮਾਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵਜਨ। ਸਾਧ ਨਾਂ ਦੀ ਸੰਗਤ ਬੜਾ ਸੀਤਲ ਕਰਦੀ ਹੈ। ਹੁਣ ਇਹ ਕਿਸ ਪ੍ਰਕਾਰ ਕਰਦੀ ਹੈ? ਕਹਿੰਦੇ ਕੋਈ ਜਗਿਆਸੂ ਕਿਸੇ ਸਾਧ ਪੁਰਖ ਦੇ ਕੋਲ ਚਲਾ ਗਿਆ, ਤਾਂ ਉਹਦੀ ਵਿਥਿਆ ਨੂੰ ਸਾਧੂ ਨੇ ਦੂਰੋਂ ਹੀ ਬੁੱਝ ਲਿਆ, ਨੇੜੇ ਆਇਆ, ਸਾਧੂ ਆਪਣੇ ਆਪ ਨੂੰ ਸਾਰੇ ਔਗਣਾ ਕਰਕੇ ਗਾਲਾਂ ਕੱਢਣ ਲੱਗ ਪਿਆ ਕਿ ਮੈਂ ਚੋਰ ਹਾਂ, ਮੈਂ ਹਰਾਮਖੋਰ ਹਾਂ, ਮੈਂ ਠੱਗ ਹਾਂ, ਮੈਂ ਪਾਪੀ ਹਾਂ, ਮੈਂ ਅਵਗੁਣੀ ਹਾਂ।
मतलब सारे ਔਗਣ ਸਾਧੂ ने अपने आप ਨੂੰ ਕਹਿ ਕੇ ਆਪਣੇ ਆਪ ਨੂੰ ਗਾਲਾਂ ਕੱਢੀ ਜਾਵੇ। ਮਨੁੱਖ 20-25 ਮਿੰਟ ਬੈਠਾ ਰਿਹਾ ਕਿ ਕਦੋਂ ਮਹਾਤਮਾ ਹਟੇ ਤੇ ਮੈਂ ਆਪਣੀ ਗੱਲ ਕਰਾਂ, ਤੇ ਵਿੱਚ ਉਹਦੇ ਕੋਲ ਕਾਹਲਾ ਪੈ ਗਿਆ। ਕਹਿਣ ਲੱਗਾ ਜੀ ਮੇਰੀ ਵੀ ਗੱਲ ਸੁਣਿਓ, ਮੈਂ ਤੁਹਾਡੇ ਕੋਲ ਸਪੈਸ਼ਲ ਚੱਲ ਕੇ ਆਇਆ, ਮੈਂ ਵੀ ਕੁਝ ਕਹਿਣਾ ਚਾਹੁੰਦਾ। ਤੇ ਮਹਾਤਮਾ ਕਹਿਣ ਲੱਗਾ, ਕਹਿੰਦਾ ਤੂੰ ਸੁਣਿਆ ਨਹੀਂ, ਇੰਨੇ ਤਾਂ ਔਗਣ ਮੇਰੇ 'ਚ ਨੇ, ਤੂੰ ਮੇਰੇ ਕੋਲ ਕੀ ਪੁੱਛੇਂਗਾ। ਜਦੋਂ ਇੰਨੀ ਗੱਲ ਕਹੀ ਉਸ ਮਨੁੱਖ ਨੂੰ ਸੋਝੀ ਆ ਗਈ ਕਿ ਦੂਜੇ ਦੇ ਔਗਣਾਂ ਦਾ ਜ਼ਿਕਰ ਕਰਨ ਇਹਦੇ ਕੋਲ ਆਉਣਾ ਸੀ, ਇਹਨੇ ਮੈਨੂੰ ਮੇਰੇ ਨਿੱਜ ਦੇ ਹੀ ਔਗਣ ਵਿਖਾ ਦਿੱਤੇ ਨੇ। ਉਹ ਉਹਨਾਂ ਦੇ ਚਰਨਾਂ 'ਤੇ ਟਹਿ ਪਿਆ। ਗੱਲ ਇਵੇਂ ਹੈ ਕਿ ਸਾਧ ਦੇ ਕੋਲ ਬੈਠਿਆਂ ਆਪਣਾ ਆਪ ਚੇਤੇ ਆਉਂਦਾ ਹੈ। ਸਾਧ ਦੇ ਕੋਲ ਬੈਠਿਆਂ ਜ਼ਿੰਦਗੀ ਦੇ ਵੱਡੇ ਅਰਥ ਸਮਝ ਆਉਂਦੇ ਨੇ। ਸਾਧ ਦੇ ਕੋਲ ਬੈਠਿਆਂ ਪਤਾ ਲੱਗਦਾ ਹੈ ਕਿ ਪਰਮੇਸ਼ਰ ਦੀ ਜੋਤ ਸਰੀਰ ਦੇ ਵਿੱਚ ਕਿਵੇਂ ਵਰਤਦੀ, ਨਹੀਂ ਤੇ ਬੰਦਾ ਕਹਿਣ ਮਾਤਰ ਹੀ ਚੱਲੀ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਸੀਤਲ ਸਾਧ ਸੁਵੱਜਨ, ਗੁਰੂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਹੁਣ ਉਦਾਹਰਨ ਦੇ ਤੌਰ 'ਤੇ ਦੂਜੀ ਗੱਲ ਇਹ ਵੀ ਹੈ ਵੀ ਹੁਣ ਮਨੁੱਖ ਇੱਥੇ ਵੀ ਬੜਾ ਕੁਝ ਸਿਰਜ ਲੈਂਦਾ। ਨਹੀਂ ਜੀ ਮੈਨੂੰ ਆਤਮਿਕ ਸਕੂਨ ਦੀ ਜਾਂ ਆਤਮਿਕ ਠੰਡਕ ਦੀ ਕੋਈ ਲੋੜ ਨਹੀਂ ਹੈ। ਇਹ ਵੀ ਇੱਕ ਮਨੁੱਖ ਫਿਤਰਤ ਸਿਰਜ ਲੈਂਦਾ ਆਪਣੀ ਆਪਣੇ, ਕਿਉਂਕਿ ਹਉਮੈ ਬੜੀ ਪੀੜੀ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵੱਜਨ ਹੈ। ਤਾਂ ਇਸੇ ਪ੍ਰਕਾਰ ਉਹ ਸਾਧ ਜਨ ਸੀਤਲ ਸਤਾਈ ਦੇ ਸੌਮੇ ਜਿਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਸਾਧਿਆ ਹੋਇਆ ਹੈ, ਉਹਨਾਂ ਦੇ ਕੋਲ ਜਦੋਂ ਉਹਨਾਂ ਦੀ 2 ਘੜੀਆਂ ਮਨੁੱਖ ਉਹਨਾਂ ਦੀ ਸੰਗਤ ਵਿੱਚ ਬੈਠਦਾ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਸਾਧ ਜਨਾਂ ਦੀ ਸੰਗਤ ਜੀਵਨ ਦੇ ਵਿੱਚ ਕਿੰਨੀ ਸੀਤਲਤਾਈ ਬਖਸ਼ਦੀ ਹੈ। ਮੈਨੂੰ ਕਿਸੇ ਮਹਾਤਮਾ ਦੇ ਵਚਨ ਯਾਦ ਨੇ, ਮੈਂ ਕਿ ਸੁਭਾਵਿਕ ਮਿਲਿਆ ਤਾਂ ਬਹੁਤ ਕਾਹਲੀ ਦੇ ਵਿੱਚ ਸੀ, ਤਾਂ ਮੈਂ ਕਿਹਾ ਜੀ ਮੈਂ ਥੋੜ੍ਹਾ ਜਲਦੀ ਜਾਣਾ, ਕੋਈ ਵਾਕ ਦੱਸ ਦਿਓ, ਕੋਈ ਉਪਦੇਸ਼ ਰੂਪ ਵਾਕ ਕਹਿ ਦਿਓ। ਤਾਂ ਉਹ ਕਹਿਣ ਲੱਗੇ ਕਿ ਸਲਾਮਾਂ 2 ਚੀਜ਼ਾਂ ਨੂੰ ਹੁੰਦੀਆਂ ਨੇ, ਇੱਕ ਬੰਦਗੀ ਨੂੰ, ਇੱਕ ਮਾਇਆ ਨੂੰ। ਮਾਇਆ ਨੂੰ ਜਿਉਂਦਿਆਂ ਹੁੰਦੀ ਹੈ, ਬੰਦਗੀ ਨੂੰ ਜਿਉਂਦਿਆਂ ਵੀ ਹੁੰਦੀ ਹੈ, ਅਤੇ ਬੰਦਗੀ ਨੂੰ ਮਰਿਆਂ ਵੀ ਸਲਾਮਾਂ ਹੁੰਦੀਆਂ। ਇੰਨੀ ਗੱਲ ਕਹੀ। ਮੈਂ ਬੜੇ ਦਿਨ ਇਸ ਗੱਲ ਨੂੰ ਵਾਜਦਾ ਰਿਹਾ। ਬੰਦਗੀ ਦੇ ਤਲ 'ਤੇ ਜੀਵੇ ਨੇ ਭਗਤ ਕਬੀਰ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਤਮਾਮ ਦੁਨੀਆ ਦੇ ਮਹਾਂਪੁਰਖ। ਸੰਸਾਰਕ ਤਲ 'ਤੇ ਮਾਇਆ ਦੇ ਤਲ 'ਤੇ ਜੀਵੇ ਹਨ ਸੰਸਾਰ ਦੇ ਬੜੇ ਅਰਬਪਤੀ ਕਰੋੜਪਤੀ। ਖੁਦ ਦਾ ਪਰਿਵਾਰ ਵੀ ਯਾਦ ਨਹੀਂ ਰੱਖਦਾ। ਬੰਦਗੀ ਦੇ ਤਲ 'ਤੇ ਜਿਉਣ ਵਾਲੇ ਨੂੰ, ਜਿਹੜਾ ਉਹਨਾਂ ਨੂੰ ਕਦੀ ਕਲਪਨਾ ਦੇ ਵਿੱਚ ਵੀ ਨਹੀਂ ਸੀ ਲਿਆ ਸਕਦਾ, ਉਹ ਵੀ ਮੰਨਦਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵੱਜਨ। ਪੱਛਮ ਦਾ ਇੱਕ ਬੜਾ ਵੱਡਾ ਵਿਦਵਾਨ ਹੋਇਆ, ਉਹ ਕਹਿੰਦਾ, ਉਹਨੂੰ ਕਿਸੇ ਨੇ ਪੁੱਛਿਆ ਕਿ ਜ਼ਿੰਦਗੀ ਦਾ ਅਨੁਭਵ ਦੱਸ, ਇੰਨੀਆਂ ਕਿਤਾਬਾਂ ਪੜ੍ਹੀਆਂ ਲਿਖੀਆਂ, ਸਮਝਾਇਆ ਲੋਕਾਂ ਨੂੰ। ਕਹਿੰਦਾ ਅਸਲ 'ਚ ਮੈਂ ਕਿਤਾਬਾਂ ਪੜ੍ਹ ਕੇ ਵਾਚ ਕੇ ਪੋਥੀਆਂ ਫੋਲ ਕੇ ਇਸ ਸਿੱਟੇ 'ਤੇ ਪੁੱਜਿਆ ਹਾਂ ਕਿ ਅਸਲ ਜਿਹੜਾ ਅਨੁਭਵ ਹੈ ਉਹ ਨਰ ਨਾਰੀਆਂ ਦੇ ਜੀਵਨ ਦੇ ਵਿੱਚ ਸਮਾਇਆ ਹੋਇਆ। ਜਦੋਂ ਕਿ ਇੱਕ ਮਨੁੱਖ ਦੀ ਕੋਲ ਬੈਠ ਕੇ ਕਿਸੇ ਸੁਘੜ ਪੁਰਸ਼ ਦੀ ਜ਼ਿੰਦਗੀ ਦੀ ਕਿਤਾਬ ਨੂੰ ਫੋਲੋਗੇ, ਐਸੇ ਅਨੁਭਵ ਮਿਲਣਗੇ, ਜ਼ਿੰਦਗੀ ਦੀ ਤੋਰ ਬਦਲ ਜਾਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵੱਜਨ। ਹੁਣ ਜਿਹੜਾ ਆਪ ਸਾਧਨਾ ਦੇ ਵਿੱਚ ਹੈ, ਇਸੇ ਪ੍ਰਕਾਰ ਹੁਣ ਕਿਸੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿਸੇ ਜਗਿਆਸੂ ਦਾ ਸੰਵਾਦ ਹੋਇਆ, ਤਾਂ ਸਤਿਗੁਰੂ ਸਾਹਿਬ ਜੀ ਨੂੰ ਉਸਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਸਾਹਿਬ ਜੀ, ਸੰਸਾਰ ਦੇ ਵਿੱਚ ਜਿਉਂਦਿਆਂ ਹੋਇਆਂ ਮਾਇਆ ਦੇ ਪ੍ਰਭਾਵ ਤੋਂ ਅਲਿਪਤ ਰਹਿਣਾ ਹੈ, ਇਸ ਦੀ ਕੋਈ ਜੁਗਤ ਦੱਸੋ, ਇਹਦਾ ਕੋਈ ਪ੍ਰਮਾਣ ਦੱਸੋ। ਸਤਿਗੁਰੂ ਸਾਹਿਬ ਜੀ ਨੇ ਕਿਸੇ ਗੁਰਸਿੱਖ ਪਾਸ ਭੇਜ ਦਿੱਤਾ। ਉਸ ਗੁਰਸਿੱਖ ਦੇ ਉਹ ਬਹੁਤ ਵੱਡਾ ਧਨਾੜ ਸੇਠ ਸੀ। ਤਾਂ ਗੁਰਸਿੱਖ ਦੇ ਕੋਲ ਜਾ ਕੇ ਜਦੋਂ ਉਹ ਬੈਠਾ, ਅਜੇ ਜਾ ਕੇ ਦੱਸਿਆ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ। ਉਹਨੇ ਅਦਬ ਸਤਿਕਾਰ ਕੀਤਾ। ਬਹੁਤ ਵੱਡਾ ਧਨਾੜ ਸੇਠ ਸੀ, ਮਾਇਆ ਆਦਿਕ ਦੀ ਗਿਣਤੀ ਕਰ ਰਿਹਾ ਸੀ। ਆਉਂਦੇ ਇੰਨੇ 'ਚ ਇਹਨੂੰ ਅਜੇ ਗਿਣਤੀ ਕਰ ਰਿਹਾ ਸੀ, ਇੱਕ ਨੌਕਰ ਆਇਆ, ਆ ਕੇ ਕਹਿਣ ਲੱਗਾ, ਧਨ ਸੇਠ ਜੀ, ਤੁਹਾਡਾ ਜਿਸ ਜਗ੍ਹਾ ਸਾਰਾ ਮਾਲ ਸਬਾਬ ਰੱਖਿਆ ਹੋਇਆ ਸੀ, ਉਸ ਭੰਡਾਰ ਨੂੰ ਬੜੀ ਭਿਆਨਕ ਅੱਗ ਲੱਗ ਗਈ ਹੈ, ਸੜ ਗਿਆ, ਤਬਾਹ ਹੋ ਗਿਆ, ਤੁਹਾਡਾ ਕੁਝ ਨਹੀਂ ਬਚਿਆ। ਉਹ ਧਨਾੜ ਸੇਠ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ। ਲਾਗੇ ਗੁਰਸਿੱਖ ਬੈਠਾ ਬੜਾ ਹੈਰਾਨ। ਅਤੇ ਇਤਨੇ ਚਿਰ ਨੂੰ ਦੁਬਾਰਾ ਇੱਕ ਹੋਰ ਨੌਕਰ ਭੱਜਾ ਆ। ਉਹ ਕਹਿਣ ਲੱਗਾ, ਜੀ ਜਿਹੜਾ ਅਸੀਂ ਮਾਲ ਦੀ ਖੇਪ ਦੂਜੇ ਪ੍ਰਦੇਸ਼ ਦੇ ਵਿੱਚ ਭੇਜੀ ਸੀ, ਉੱਥੇ ਬੜੀ ਚੰਗੀ ਕੀਮਤ ਲੱਗੀ ਹੈ ਅਤੇ ਸਾਨੂੰ 10 ਗੁਣਾ ਵੱਧ ਮੁਨਾਫਾ ਹੋਇਆ। ਉਹ ਗੁਰਸਿੱਖ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ। ਇੰਨੇ ਚਿਰ ਨੂੰ ਇੱਕ ਸੰਬੰਧੀ ਅਫੇਅਰ ਨੌਕਰ ਆਇਆ, ਕਹਿਣ ਲੱਗਾ, ਜੀ ਤੁਹਾਡੇ ਨੌਜਵਾਨ ਪੁੱਤਰ ਦੀ ਮ੍ਰਿਤੂ ਹੋ ਗਈ ਹੈ, ਤੁਹਾਡਾ ਸਾਰਾ ਮਤਲਬ ਪਰਿਵਾਰ ਇੱਕ ਤਰ੍ਹਾਂ ਨਾਲ ਜਿਵੇਂ ਕਹਿ ਲਓ ਕਿ ਡਿਸਟਰਬ ਹੋ ਗਿਆ, ਖਤਮ ਹੋ ਗਿਆ। ਉਹ ਗੁਰਸਿੱਖ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ। ਉਹ ਜਿਹੜਾ ਗੁਰਸਿੱਖ ਮਿਲਣ ਗਿਆ ਸੀ, ਉਹ ਬੜਾ ਹੈਰਾਨ। ਉਹ ਕਹਿਣ ਲੱਗਾ ਕਿ ਇਹ ਗੱਲ ਕਿਵੇਂ ਹੋ ਸਕਦੀ ਹੈ, ਪਹਿਲਾਂ ਐਡਾ ਵੱਡਾ ਘਾਟਾ, ਫਿਰ ਲਾਭ। ਉਸ ਨੇ ਕਿਹਾ ਕਿ ਮੈਨੂੰ ਤੁਹਾਡੇ ਕੋਲ ਗੁਰੂ ਸਾਹਿਬ ਜੀ ਨੇ ਭੇਜਿਆ, ਤਾਂ ਮੈਨੂੰ ਜਿਹੜੀ ਆ ਘਟਨਾ ਵਾਪਰੀ ਹੈ
ਤੁਹਾਡੇ ਹਾਵ ਭਾਵ ਦੇ ਵਿੱਚ ਜਰਾ ਜਿੰਨਾ ਪਰਿਵਰਤਨ ਨਹੀਂ ਆਇਆ। ਇਹ ਗੱਲ ਮੈਨੂੰ ਦੱਸੋ ਬਣੀ ਕਿਵੇਂ? ਕਹਿੰਦਾ ਦਰਅਸਲ ਮੈਂ ਪਦਾਰਥਾਂ ਵਿੱਚ ਰਹਿੰਦਾ ਪਰ ਪਦਾਰਥਾਂ ਨੂੰ ਜਿਉਂਦਾ ਨਹੀਂ। ਮੈਂ ਸੰਬੰਧਾਂ ਵਿੱਚ ਰਹਿੰਦਾ ਪਰ ਸੰਬੰਧ ਮੇਰੇ ਉੱਪਰ ਭਾਰੂ ਨਹੀਂ। ਜੀਵਨ ਦੇ ਵਿੱਚ ਘਾਟੇ ਵਾਧੇ ਦੇ ਸੰਤੁਲਨ ਮੇਰੇ ਪੈਰਾਂ ਤੱਕ ਰਹਿੰਦੇ ਨੇ, ਮੇਰੀ ਬੁੱਧੀ ਮੇਰੇ ਦਿਮਾਗ ਤੱਕ ਨਹੀਂ ਆਉਂਦੇ। ਦੁੱਖ ਸੁੱਖ ਮੇਰੇ ਪੈਰਾਂ ਤੱਕ ਰਹਿੰਦੇ ਨੇ, ਮੇਰੇ ਉੱਪਰਲੀ ਆਤਮਿਕ ਅਵਸਥਾ ਦੇ ਤਲ 'ਤੇ ਤੱਕ ਉਹ ਆਉਂਦੇ ਹੀ ਨਹੀਂ। ਇਹ ਨਹੀਂ ਕਿ ਆਉਣ ਨਹੀਂ ਦਿੰਦਾ, ਉਹ ਆਉਂਦੇ ਹੀ ਨਹੀਂ। ਮਤਲਬ ਇੰਨਾ ਆਪਣੇ ਆਪ ਨੂੰ ਇੰਨਾ ਸੰਜਮਮਈ ਇੰਨਾ ਸਾਧ ਲਿਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸਵਜਨ ਹੈ। ਔਰ ਇਹ ਕੋਈ ਅਤ ਕਥਨੀ ਗੱਲਾਂ ਨਹੀਂ, ਬਹੁਤ ਐਸੇ ਅਨੁਭਵ ਮੈਂ ਖੁਦ ਦੇਖੇ ਹੋਏ ਨੇ, ਬਹੁਤ ਜ਼ਿਆਦਾ। ਇੱਕ ਦੋ ਹੋਣ ਦਾ ਮਨੁੱਖ ਕਵੇ ਵੀ ਚਲੋ ਕਿਤੇ ਹੋ ਜਾਂਦਾ ਜੀ, 100 ਦੇ ਵਿੱਚੋਂ ਇੱਕ ਅੱਧ ਚਾਂਸ। ਇੰਨੇ ਜ਼ਿਆਦਾ ਦੇਖੇ ਹੋਏ ਨੇ। ਇੱਕ ਕਈ ਵਾਰੀ ਅੱਗੇ ਵੀ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਕਿ ਅੱਜ ਤੋਂ 5-7 ਸਾਲ ਪਹਿਲਾਂ ਦੀ ਮੇਰੀ ਮਨੋਅਵਸਥਾ ਸੀ ਕਿ ਗੁਰਬਾਣੀ ਦੇ ਬੜੇ ਐਸੇ ਮਹਾਂਵਾਕ ਨੇ ਜਿਹੜੇ ਅਸੰਭਵ ਨੇ, ਕਦੀ ਇਹਨਾਂ ਦਾ ਪ੍ਰੈਕਟੀਕਲ ਰੂਪ ਨਹੀਂ ਹੋ ਸਕਦਾ। ਪਰ ਜਿਉਂ-ਜਿਉਂ ਜੀਵਨ ਬੀਤਦਾ ਗਿਆ ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ। ਸ਼ੱਕ ਤਾਂ ਵੈਸੇ ਵੀ ਨਹੀਂ ਸੀ, ਪਰ ਕਈ ਵਾਰੀ ਮਨੁੱਖ ਜਿਹੜਾ ਗਿਆਨ ਦੀ ਤਲਾਸ਼ ਵਾਲਾ ਫਿਰ ਵੀ ਕਿਸੇ ਨਾ ਕਿਸੇ ਪੱਧਰ 'ਤੇ ਸੋਚਦਾ ਰਹਿੰਦਾ ਕਿ ਇਹ ਗੱਲ ਇਵੇਂ ਹੋ ਸਕਦੀ ਹੈ ਜਾਂ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵਜਨ। ਹੁਣ ਸਾਧ ਸੰਗ ਸੀਤਲ ਕਿਵੇਂ ਕਰਦੀ ਹੈ, ਇਹਦਾ ਵੀ ਇੱਕ ਸਮੱਸਿਆ ਹੈ। ਹੁਣ ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਆਉਂਦਾ ਹੈ, ਉਹਨੂੰ ਇੱਕੋ ਮਾਲਕ ਦੀ ਸੰਤਾਨ ਦਾ ਉਪਦੇਸ਼ ਦ੍ਰਿੜ ਕਰਵਾਇਆ ਜਾਂਦਾ। ਉਹਨੂੰ ਦੱਸਿਆ ਜਾਂਦਾ ਕਿ ਅਸੀਂ ਸਾਰੇ ਇੱਕੋ ਨੂਰ ਤੋਂ ਉਪਜੇ ਹਾਂ ਅਤੇ ਮਨੁੱਖ ਦੀ ਜ਼ਿੰਦਗੀ ਵਿੱਚ ਜਿਹੜੀ ਜਿਤਨਾ ਵੀ ਕੋਈ ਵਿਰੋਧਤਾਈ ਜਾਂ ਕੋਈ ਅਸ਼ਾਂਤੀ ਦੇ ਭਾਵ ਹੁੰਦੇ ਨੇ, ਉਹ ਉਹਦੇ ਦਵੈਤ ਕਰਕੇ ਹੁੰਦੇ ਨੇ। ਦਵੈਤ ਸਿਰਜਿਆ ਹੈ ਪਰਿਵਾਰ ਦੇ ਤਲ 'ਤੇ, ਸਮਾਜ ਦੇ ਤਲ 'ਤੇ, ਧਨ ਦੇ ਤਲ 'ਤੇ, ਜਾਤ ਦੇ ਤਲ 'ਤੇ, ਹਰੇਕ ਤਲ 'ਤੇ ਦਵੈਤ ਸਾਜਿਆ ਕਿ ਇਹ ਦੂਜਾ ਹੈ, ਅਦਰ ਹੈ। ਇਸ ਕਰਕੇ ਪੱਛਮ ਦਾ ਇੱਕ ਚਿੰਤਕ ਹੋਇਆ ਜਿਉਂਪਾਲ ਸਰਤਰ, ਉਹਨੇ ਕਿਹਾ ਕਿ ਦਾ ਅਦਰ ਇਜ਼ ਦਾ ਹੈਲ, ਜਿਹੜਾ ਦੂਜਾ ਹੈ ਨਰਕ ਹੈ। ਭਾਵ ਕਿ ਜਦੋਂ ਮਨੁੱਖ ਦੇ ਅੰਦਰ ਅਦਰ ਦੀ ਕੰਸੈਪਸ਼ਨ ਬਣਦੀ ਹੈ, ਉਦੋਂ ਉਹਦੀ ਜ਼ਿੰਦਗੀ ਨਰਕ ਹੋਣਾ ਸ਼ੁਰੂ ਕਰ। ਜਿੰਨਾ ਚਿਰ ਮਨੁੱਖ ਵਨਨੈਸ ਦੇ ਵਿੱਚ ਰਹਿੰਦਾ ਓਨਾ ਜ਼ਿਆਦਾ ਹੀ ਸ਼ਾਂਤ ਰਹਿੰਦਾ। ਹੁਣ ਇਸ ਕਰਕੇ ਸਾਧ ਸੰਗਤ ਦਵੈਤ ਨੂੰ ਕਿਵੇਂ ਖਤਮ ਕਰਦੀ ਹੈ? ਅਸੀਂ ਮੰਨਦੇ ਹਾਂ ਕਿ ਸਾਡੇ ਬੜੇ ਵਿਰੋਧੀ ਨੇ। ਮੈਨੂੰ ਅਕਸਰ ਕਿਸੇ ਨੇ ਕੁਝ ਦਿਨ ਪਹਿਲਾਂ ਪੁੱਛਿਆ ਕਿ ਤੁਹਾਡਾ ਵੀ ਕੋਈ ਦੁਸ਼ਮਣ ਹੋਏਗਾ? ਮੈਂ ਕਿਹਾ ਹੋਣਗੇ ਜ਼ਰੂਰ, ਪਰ ਮੈਨੂੰ ਯਾਦ ਨਹੀਂ ਹੈ। ਹੁਣ ਉਹ ਜਦੋਂ ਦੁਸ਼ਮਣੀ ਵਿਅਕਤ ਕਰੇਗਾ ਉਦੋਂ ਪਤਾ ਲੱਗੇਗਾ ਕਿ ਉਹ ਦੁਸ਼ਮਣ ਹੈ ਜਾਂ ਨਹੀਂ, ਉਸ ਤਰ੍ਹਾਂ ਯਾਦ ਨਹੀਂ ਕੋਈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਕਿ ਦਵੈਤ ਖਤਮ ਹੁੰਦੀ ਹੈ, ਫਿਰ ਮਨੁੱਖ ਦੇ ਸਾਰੇ ਪ੍ਰਕਾਰ ਦੇ ਬੰਧਨ ਮਿਟਦੇ ਨੇ। ਉਹ ਨਿੱਕੇ ਨਿੱਕੇ ਛੱਲ ਵਾਲਾ ਜੀਵਨ ਛੱਡ ਕੇ ਵੱਡੇ ਜੀਵਨ ਨੂੰ ਜਿਉਣ ਨੂੰ ਚਾਹਤ ਦਿੰਦਾ ਹੈ। ਉਹ ਫਿਰ ਇਸੇ ਪ੍ਰਕਾਰ ਉਹਦਾ ਦਵੈਤ ਮਿਟਦਾ ਹੈ। ਫਿਰ ਉਹਨੂੰ ਸਭ ਤੋਂ ਪਹਿਲਾਂ ਸਭ ਦੇ ਅੰਦਰ ਇੱਕ ਸਮਾਨ ਰਮਿਆ ਪਰਮੇਸ਼ਰ ਨਜ਼ਰ ਆਉਂਦਾ ਹੈ। ਉਹ ਕਿਸੇ ਹਸਤੀ ਦਾ ਤਿਰਸਕਾਰ ਕਰ ਹੀ ਨਹੀਂ ਸਕਦਾ। ਹੁਣ ਬਹੁਤੀ ਵਾਰੀ ਜ਼ਾਤ ਮਜ਼ਹਬੀ ਝਗੜਿਆਂ ਕਰਕੇ ਸਾਡੇ ਜੀਵਨ 'ਚ ਇੱਕ ਘ੍ਰਿਣਾ, ਇੱਕ ਜਿਹੜੀ ਟੈਨਸ਼ਨ ਪੈਦਾ ਹੁੰਦੀ ਰਹਿੰਦੀ ਹੈ। ਜਦੋਂ ਸਾਰਿਆਂ ਨੂੰ ਇੱਕੋ ਨੂਰ ਦੀ ਸੰਤਾਨ ਜਾਣ ਲਿਆ, ਫਿਰ ਕਿਹਦੇ ਵਿੱਚ ਗੁਰਬਾਣੀ 'ਚ ਇੱਕ ਵਾਕ ਨੇ, ਬੁਰਾ ਭਲਾ ਕਉ ਕਿਸਨੋ ਕਹੀਐ ਸਗਲੇ ਜੀ ਤੁਮਾਰੇ। ਹੁਣ ਅਸੀਂ ਕਦੇ ਜ਼ਿੰਦਗੀ 'ਚ ਇੱਕ ਦਿਨ ਦੀ ਦਿਨਚਰਿਆ ਨੂੰ ਵਿਚਾਰਿਓ ਕਿ ਕਿੰਨੇ ਇਨਸਾਨਾਂ ਨੂੰ ਅਸੀਂ ਮਾੜਾ ਆਖਦੇ ਹਾਂ। ਠੀਕ ਹੈ, ਉਹਨਾਂ ਦੇ ਵਿੱਚ ਅਵਗੁਣ ਹੋਣਗੇ, ਪਰ ਗੁਰਬਾਣੀ 'ਚ ਇਹ ਵੀ ਵਾਕ ਆਉਂਦਾ, ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਕਿਸੇ ਦਾ ਅਵਗੁਣ ਹੈ, ਜਦੋਂ ਦੂਜੇ ਦਾ ਅਵਗੁਣ ਦੇਖਿਆ, ਇੱਕ ਨਸ਼ਈ ਦਾ ਅਵਗੁਣ ਦੇਖਿਆ ਨਸ਼ੇ ਦਾ, ਤਾਂ ਤੁਹਾਨੂੰ ਸੋਫੀ ਦੇ ਜੀਵਨ ਦਾ ਜਿਹੜਾ ਸੋਫੀ ਹੋਣ ਦਾ ਲੱਛਣ ਹੈ ਉਹਦੀ ਮਹੱਤਤਾ ਤਾਂ ਪਤਾ ਲੱਗੀ। ਇਸ ਕਰਕੇ ਗੁਣ ਅਵਗੁਣ ਵੀ ਇੱਕ ਦੂਜੇ ਦੇ ਪੂਰਕ ਹਨ। ਜਦੋਂ ਮਨੁੱਖ ਦਾ ਦਵੈਤ ਮਿਟਦਾ ਹੈ, ਬੁੱਧ ਸ਼ਾਂਤ ਆਉਂਦੀ। ਜਿਵੇਂ ਇਹਨੂੰ ਮੈਂ ਕਥਾਵਾਚਕ ਦੇ ਤਲ 'ਤੇ ਹੀ ਆਪ ਜੀ ਦੇ ਨਾਲ ਇੱਕ ਨੁਕਤਾ ਸਾਂਝਾ ਕਰਦਿਆਂ, ਬੜੇ ਐਸੇ ਸਾਡੇ ਪੰਥ ਵਿੱਚ ਆਪ ਜੀ ਨੂੰ ਕਥਾਵਾਚਕ ਮਿਲ ਜਾਣਗੇ। ਦਿਨ ਰਾਤ ਪੰਥ ਦੀ ਚਿੰਤਾ ਹੈ, ਸਿੱਖ ਪੰਥ ਸਿਮਟ ਰਿਹਾ, ਪੰਥ ਖਤਮ ਹੋ ਰਿਹਾ ਹੈ, ਇਸ ਤਰ੍ਹਾਂ ਦੇ ਬੜੇ ਵਾਕ ਮਿਲਦੇ ਨੇ। ਤਾਂ ਉਹ ਕਾਹਦੇ ਕਰਕੇ ਹੈ ਕਿ ਗੁਰੂ ਦੇ ਦਰ ਤੋਂ ਅਜੇ ਪ੍ਰੇਮ ਦੀ ਰੀਤ ਨਹੀਂ ਜਾਣੀ। ਤਾਂ ਕਰਕੇ ਜਿੰਨਾ ਬੰਦਾ ਪ੍ਰੇਮ ਤੋਂ ਸੱਖਣਾ ਹੁੰਦਾ ਹੈ, ਓਨਾ ਜ਼ਿਆਦਾ ਹੀ ਉਹ ਡਰਾਂ ਭੈ ਦੇ ਨਾਲ ਭਰਿਆ ਹੁੰਦਾ ਹੈ। ਹੁਣ ਜਿੰਨਾ ਮਨੁੱਖ ਇਸੇ ਕਰਕੇ ਫਿਰ ਸਾਧ ਸੰਗਤ ਦਵੈਤ ਨੂੰ ਖਤਮ ਕਰਦੀ ਹੈ। ਜਦੋਂ ਹਿਰਦੇ 'ਚ ਦਵੈਤ ਮਿਟਦਾ ਹੈ ਅਤੇ ਸਾਰੇ ਆਪਣੇ ਨਿਕਟਵਰਤੀ ਨਜ਼ਰ ਆਉਂਦੇ ਹਨ। ਇਸੇ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕੱਲ੍ਹ ਅਸੀਂ ਦਿਨ ਮਨਾਇਆ। ਤਾਂ ਕਿਸੇ ਕਵੀ ਦੀ ਮੈਂ ਕਿਤੇ ਰਚਨਾ ਪੜ੍ਹ ਰਿਹਾ ਸੀ, ਤਾਂ ਉਹਨੇ ਬੜੀ ਕਮਾਲ ਦੇ ਲਫ਼ਜ਼ ਲਿਖੇ। ਕਹਿੰਦਾ ਨਾ ਗੁਰੂ ਅਰਜਨ ਸਾਹਿਬ ਜੀ ਦਾ ਚੰਦੂ ਨਾਲ ਵੈਰ ਹੈ, ਨਾ ਜਹਾਂਗੀਰ ਦੇ ਨਾਲ, ਕਿਸੇ ਨਾਲ ਨਹੀਂ ਹੈ। ਇੱਥੋਂ ਤੱਕ ਕਿ ਉਹਨਾਂ ਦੀ ਮਿੱਤਰਤਾ ਦੇਖੋ, ਉਸ ਤਵੀ ਨੂੰ ਵੀ ਠੰਡਕ ਪਹੁੰਚਾ ਰਹੇ ਹਨ ਜਿਹੜੀ ਉਹਨੂੰ ਸਾੜਨ ਦਾ ਕਾਰਜ ਕਰ ਰਹੀ। ਇਸੇ ਤਰ੍ਹਾਂ ਉੱਤਮ ਪੁਰਖਾਂ ਦੀ ਸੰਗਤ ਵਿੱਚ ਜਦੋਂ ਮਨੁੱਖ ਬੈਠਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਪਰਿਵਰਤਨ ਆਉਂਦਾ ਹੈ। ਮੈਂ ਕਈ ਵਾਰੀ ਇਹਨਾਂ ਗੱਲਾਂ ਨੂੰ ਵਾਚਦਾ ਹੁੰਦਾ, ਤਾਂ ਕਈ ਐਸੇ ਜ਼ਿੰਦਗੀ 'ਚ ਗੁਰਮੁਖ ਪੁਰਸ਼ ਮਿਲੇ, ਉਹ ਮਤਲਬ ਬੜਾ ਲੋੜਦੇ ਸਨ ਕਿ ਕਿਸੇ ਐਸੇ ਪੁਰਖ ਦੀ ਸੰਗਤ ਮਿਲੇ। ਤਾਂ ਉਹ ਕਾਹਦੇ ਕਰਕੇ, ਹੁਣ ਇਹ ਵੀ ਗੱਲ ਹੈ ਕਿ ਮਨੁੱਖ ਜਿਉਂਦਾ ਕਿਹੜੇ ਤਲ 'ਤੇ ਹੈ।
ਇਹ ਵੀ ਇੱਕ ਪ੍ਰਸ਼ਨ ਬਣਦਾ ਹੈ। ਹੁਣ ਜਿਵੇਂ ਬਹੁਤੀ ਵਾਰੀ ਜ਼ਿੰਦਗੀ ਮਨੁੱਖ ਆਮ ਗੱਲਾਂ ਦੇ ਤਲ 'ਤੇ ਜਿਉਂਦਾ ਬਸ, ਕਿ ਕਿਸੇ ਦੇ ਕੋਲ ਬਹਿਣਾ, ਕੋਈ ਵਿਸ਼ੇ ਦੀ ਗੱਲ ਸੁਣਨ ਨੂੰ ਮਿਲ ਗਈ। ਪਰ ਕਈ ਰੂਹਾਨੀ ਤਲ 'ਤੇ ਜਿਉਂਦੇ ਨੇ, ਉੱਥੇ ਉਹਨਾਂ ਨੂੰ ਇੱਕ ਇੱਕ ਵਾਕ ਸ਼ਰਸ਼ਾਰ ਕਰਦਾ ਹੈ, ਚਾਹੇ ਉਹ ਗੁਰਬਾਣੀ ਦਾ ਹੋਵੇ, ਚਾਹੇ ਕੋਈ ਪ੍ਰਭੂ ਕੀਰਤੀ ਦਾ ਕੋਈ ਵਾਕ ਹੋਵੇ, ਇੱਕ ਇੱਕ ਵਾਕ ਛਰਕਾਰ ਕਰਦਾ। ਵੀ ਬਹੁਤ ਵਾਰੀ ਇਸ ਗੱਲ ਨੂੰ ਵਾਚਿਆ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਕਿਸੇ ਪ੍ਰਕਾਰ ਕਿ ਜਿਹੜਾ ਬ੍ਰਹਮ ਸਰੂਪ ਮਨੁੱਖ ਹੈ, ਉਹਦੇ ਲਈ ਦੁਨੀਆ ਦੀਆਂ ਵਿਥਿਆਵਾਂ, ਦੁਨੀਆ ਦੇ ਜ਼ਿਕਰ ਉਹ ਬੜੇ ਸ਼ੋਸ਼ੇ ਜਿਹੇ ਰਹਿ ਜਾਂਦੇ ਹਨ। ਫਿਰ ਉਹ ਗਿਆਨ ਦੀ ਖੁਰਾਕ ਦੁਆਰਾ ਵੀ ਉਹ ਆਪਣੀ ਮਾਨਸਿਕ ਤ੍ਰਿਪਤੀ ਕਰਦਾ, ਆਪਣੀ ਸਾਰੀ ਜੀਵਨ ਨੂੰ ਤ੍ਰਿਪਤ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵਜਨੇ, ਜਦੋਂ ਸਾਧ ਜਨਾਂ ਦੀ ਸੰਗਤ ਦੇ ਵਿੱਚ ਮਨੁੱਖ ਬੈਠਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਸੀਤਲਤਾਈ ਉਤਰਦੀ ਹੈ। ਔਰ ਸੀਤਲਤਾਈ ਉਤਰਨ ਦੇ ਲੱਛਣ ਕੀ ਹਨ? ਮਨੁੱਖ ਦਾ ਦਵੈਤ ਮਿਟਦਾ ਜਾਂਦਾ। ਫਿਰ ਅੱਗੇ ਆਉਂਦਾ, ਹੁਣ ਅੱਗੇ ਸੀਤਲਤਾਈ ਹੋ ਸਕਦਾ ਕੋਈ ਮਨੁੱਖ ਆਪਣੇ ਦਵੈਤ ਕਰਕੇ ਦੁਖੀ ਨਾ ਹੋਵੇ, ਪਰ ਦਵੈਤ ਦੀ ਪਛਾਣ ਬੜੀ ਬਰੀਕ ਹੈ, ਬਹੁਤ ਘੱਟ ਮਨੁੱਖਾਂ ਨੂੰ ਹੁੰਦੀ ਹੈ। ਹੁਣ ਉਸ ਤੋਂ ਅਗਲਾ ਪੱਧਰ ਬਣਦਾ ਹੈ ਵਿਕਾਰਾਂ ਦਾ। ਹੁਣ ਕੋਈ ਮਨੁੱਖ ਆਪਣੇ ਵਿਕਾਰਾਂ ਕਰਕੇ ਬੜਾ ਅਸ਼ਾਂਤ ਹੁੰਦਾ ਹੈ। ਕਈ ਵੈਸੇ ਅਭਿਆਸੀ ਮਿਲਦੇ ਨੇ ਜੀ, 4 ਵਿਕਾਰ ਇੱਕ ਨਹੀਂ ਵਸ ਦੇ ਵਿੱਚ ਆ ਰਿਹਾ, ਕੋਈ ਵੀ ਹੋ ਸਕਦਾ ਹੈ। ਫਿਰ ਉਹ ਜਿਹੜਾ ਇੱਕ ਵਸ ਦੇ ਵਿੱਚ ਨਹੀਂ ਆ ਰਿਹਾ, ਫਿਰ ਉਹਦੇ ਲਈ ਵੀ ਕਿਸੇ ਸਾਧ ਪੁਰਖ ਦੀ ਸੰਗਤ ਜ਼ਰੂਰੀ ਹੈ ਤਾਂ ਕਿ ਜੀਵਨ ਦੇ ਵਿੱਚ ਸਮਝ ਆ ਜਾਏ। ਕਹਿੰਦੇ ਕੋਈ ਇਨਸਾਨ ਕਾਮ ਵਾਸਨਾ ਤੋਂ ਪੀੜਤ ਕਿਸੇ ਮਹਾਤਮਾ ਕੋਲ ਚਲਾ ਗਿਆ। ਮਹਾਤਮਾ ਨੂੰ ਕਹਿੰਦਾ ਜੀ ਮੇਰਾ ਵਾਸਨਾ ਤੋਂ ਸਾਰਾ ਦਿਨ ਖਿਆਲਾਂ ਤੋਂ ਖਹਿੜਾ ਨਹੀਂ ਛੁੱਟਦਾ, ਕੋਈ ਮੈਨੂੰ ਜੁਗਤ ਦੱਸੋ। ਉਹ ਕਹਿੰਦੇ ਕੋਈ ਨਾ ਤੈਨੂੰ ਦੱਸ ਦਿੰਦੇ। ਉਹਨੂੰ ਕਿਤੇ ਦੂਰ ਪਰਬਤ ਦੇ ਲੈ ਗਏ ਤਾਂ ਕਹਿੰਦੇ ਆ ਸ਼ੈਣੀ ਥੋੜਾ ਪਕੜ ਲੈ, ਸਾਰਾ ਦਿਨ ਚਟਾਨ ਤੋੜੀ ਜਾ, ਅਤੇ ਤੋੜੀ ਜਾਏ ਭਾਵੇਂ ਥੱਕ ਵੀ ਜਾਵੇਂ, ਹਟਣਾ ਨਹੀਂ। ਸਾਰਾ ਦਿਨ ਤੋੜੀ ਗਿਆ। ਦੇਰ ਸ਼ਾਮ ਹੋ ਗਈ, ਸ਼ਾਮ ਨੂੰ ਆ ਕੇ ਸੌਂ ਗਿਆ। ਦਿਨ ਉੱਠਿਆ, ਫਿਰ ਮਹਾਤਮਾ ਲੈ ਗਿਆ। ਉਹਨੇ 5-7 ਦਿਨ ਐਸਾ ਕਰਾਇਆ। 8ਵੇਂ ਦਿਨ ਕਹਿਣ ਲੱਗਾ ਹੁਣ ਸੁਣਾ ਮਨ ਦੀ ਕੀ ਹਾਲਤ ਹੈ। ਕਹਿੰਦਾ 8 ਦਿਨ ਖਿਆਲ ਨਹੀਂ ਆਇਆ ਕੋਈ ਇਸ ਤਰ੍ਹਾਂ ਦਾ। ਕਹਿੰਦਾ ਦਰਅਸਲ ਗੱਲ ਕੀ ਹੈ ਕਿ ਮਨ ਇੱਕ ਅਜਿਹੀ ਹਸਤੀ ਹੈ, ਜੇ ਇਹਨੂੰ ਕਿਸੇ ਧੁਨ ਵਿੱਚ ਨਹੀਂ ਲਗਾਓਗੇ ਅਤੇ ਇਹ ਮੁੜ ਕੇ ਤੁਹਾਨੂੰ ਆਪਣੀ ਇਹੋ ਜਿਹੀ ਧੁਨ ਵਿੱਚ ਲਗਾਏਗਾ ਕਿ ਤੁਹਾਡਾ ਨਾਚ ਕਦੀ ਬੰਦ ਨਹੀਂ ਹੋਏਗਾ। ਇਸ ਕਰਕੇ ਸਦਾ ਇਹਨੂੰ ਕਿਸੇ ਨਾ ਕਿਸੇ ਧੁਨ ਦੇ ਵਿੱਚ ਲਗਾਈ ਰੱਖੋ ਅਤੇ ਫਿਰ ਚੰਗਾ ਹੈ, ਪਰਮੇਸ਼ਰ ਦੀ ਕੀਰਤੀ ਵਾਲੇ ਪਾਸੇ ਲਗਾਓ। ਵੈਸੇ ਵੀ ਇੱਕ ਅਖਾਉਤ ਹੈ, ਵਿਹਲਾ ਮਨ ਸ਼ੈਤਾਨ ਦਾ ਘਰ। ਉਦਾਹਰਨ ਦੇ ਤੌਰ 'ਤੇ ਜਿਹੜੇ ਘਰ ਵਿੱਚ ਮਨੁੱਖ ਨਾ ਵਸਦੇ ਹੋਣ, ਉੱਥੇ ਉੱਲੂ ਆ ਕੇ ਵਸਣ ਹੀ ਲੱਗ ਪੈਂਦੇ ਨੇ ਸਮਾਂ ਪਾ ਕੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਮਨੁੱਖਾਂ ਦੀ ਕੋਈ ਹਰਕਤ ਦਿਖਾਈ ਨਹੀਂ ਦਿੰਦੀ। ਜਿਸ ਮਨ ਦੇ ਵਿੱਚ ਗੁਰੂ ਸ਼ਬਦ ਦਾ ਵਾਸ ਨਹੀਂ ਹੈ, ਫਿਰ ਵਿਕਾਰਾਂ ਨੂੰ ਲੱਗਦਾ ਚਲੋ ਆਹ ਹਿਰਦਾ ਵਿਹਲਾ ਹੈ, ਇਹਨੂੰ ਮਲਦੇ ਹਾਂ ਅਤੇ ਫਿਰ ਇਹਨੂੰ ਮਲ ਕੇ ਮਲੀਨ ਕਰਦੇ ਹਾਂ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਮਾਨਸਿਕ ਬੰਧਨ 'ਤੇ ਕੋਈ ਇਨਸਾਨ ਕਹਿੰਦੇ ਕਿਸੇ ਪੂਰਨ ਪੁਰਖ ਕੋਲ ਚਲਾ, ਕਹਿੰਦਾ ਮੈਂ ਕ੍ਰੋਧ ਤੋਂ ਬੜਾ ਪੀੜਤ ਹਾਂ, ਕਿ ਮੈਨੂੰ ਕ੍ਰੋਧ ਬੜਾ ਸਤਾਉਂਦਾ ਹੈ, ਵਾਰ-ਵਾਰ ਕ੍ਰੋਧ ਆਉਂਦਾ ਹੈ। ਤਾਂ ਉਹ ਮਹਾਤਮਾ ਕਹਿਣ ਲੱਗਾ ਇਸ ਤਰ੍ਹਾਂ ਕਰ, ਆਹ ਮਿਰਚਾਂ ਪਈਆਂ ਨੇ ਖਾਣੀਆਂ ਸ਼ੁਰੂ ਕਰ। ਉਹਨੇ 1 ਖਾਧੀ, 2 ਖਾਧੀ, 3, ਚੌਥੀ 'ਤੇ ਕਹਿੰਦਾ ਬਸ। ਕਹਿੰਦਾ ਜੇ ਤੂੰ ਆਪ 4 ਮਿਰਚਾਂ ਨਹੀਂ ਖਾ ਸਕਦਾ ਅਤੇ ਤੇਰੇ ਹਿੰਸਾ ਦੇ ਕ੍ਰੋਧ ਭਰੇ ਵਚਨ ਇੰਨੇ ਲੋਕ ਕਿਵੇਂ ਸਹਾਰ ਸਕਦੇ ਨੇ? ਘੱਟੋ ਘੱਟ ਇਸ ਗੱਲ ਨੂੰ ਤਾਂ ਆਵਾਜ਼। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੀਤਲੰਗ ਸਾਧ ਸੁਵਜਨੇ, ਬਹੁਤ ਤਲ 'ਤੇ ਵਿਕਾਰਾਂ ਦੇ ਤਲ 'ਤੇ ਮਨੁੱਖ ਅਸ਼ਾਂਤ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀਤਲੰਗ ਸਾਧ ਸੁਵਜਨੇ, ਕਹਿੰਦੇ ਕੋਈ ਇਨਸਾਨ ਮੋਹ ਦੀ ਫਾਂਸੀ ਤੋਂ ਪੀੜਤ ਸੀ, ਕਿਸੇ ਪੂਰਨ ਪੁਰਖ ਕੋਲੋਂ ਗਿਆ, ਕਹਿਣ ਲੱਗਾ ਜੀ ਮੋਹ ਦੀ ਫਾਂਸੀ ਤੋਂ ਛੁਟਕਾਰਾ ਚਾਹੀਦਾ। ਤਾਂ ਇਸੇ ਪ੍ਰਕਾਰ ਉਹ ਮਹਾਤਮਾ ਕਹਿਣ ਲੱਗਾ, ਉਹਨੇ ਇੱਕ ਰੱਸੀ ਜਿਹੀ ਬਣਾ ਦਿੱਤੀ, ਕਹਿੰਦਾ ਗਲੇ 'ਚ ਪਾ। ਉਹ ਪਹਿਲਾਂ ਢਿੱਲੀ ਸੀ, ਕਹਿੰਦਾ ਇਹਨੂੰ ਪੀਚੀ ਜਾ। ਜਦੋਂ ਬਹੁਤ ਪੀਚ ਦਿੱਤਾ, ਗਲਾ ਘੁੱਟਣ 'ਤੇ ਆ ਗਿਆ। ਕਹਿੰਦਾ ਹੁਣ ਕੀ ਹੋਣ ਲੱਗਾ? ਕਹਿੰਦਾ ਜਾਨ ਜਾਣ ਲੱਗੀ ਹੈ। ਕਹਿੰਦਾ ਜੇ ਥੋੜ੍ਹੀ ਢਿੱਲੀ ਰਹੇਗੀ ਤਾਂ ਸਾਹ ਆਉਂਦਾ ਰਹੇਗਾ, ਜੇ ਜ਼ਿਆਦਾ ਪੀਚੀ ਗਈ ਤਾਂ ਮਰਨ ਸਮੇਂ ਪਰਿਵਾਰ ਚਿੱਤੇ ਆਏਗਾ ਅਤੇ ਜੀਵਨ ਪੱਛੇ ਮਾਨ ਹੋ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੀਤਲੰਗ ਸਾਧ ਸੁਵਜਨ ਹੈ। ਇਸ ਕਰਕੇ ਉਹਨਾਂ ਉੱਤਮ ਪੁਰਖਾਂ ਦੀ ਸੰਗਤ ਕੀਤੀ ਜਾਵੇ ਜਿਨ੍ਹਾਂ ਦੇ ਨਾਲ ਜੀਵਨ ਦੇ ਵਿੱਚ ਸ਼ੀਤਲਤਾਈ ਵਾਪਰਦੀ ਹੈ। ਕਿਸੇ ਮਹਾਤਮਾ ਦੇ ਕੋਲ ਕੋਈ ਇਨਸਾਨ ਚਲਾ ਕੇ ਕਹਿੰਦਾ ਮੈਨੂੰ ਅਹੰਕਾਰ ਤੋਂ ਬੜਾ ਪੀੜਤ ਹਾਂ, ਤਾਂ ਉਹ ਮਹਾਤਮਾ ਕਹਿਣ ਲੱਗਾ ਜਾ ਨਗਰ ਦੇ ਵਿੱਚ ਜਾ ਕੇ ਮੇਰਾ ਨਾਮ ਲੈ, ਮੇਰਾ ਆਹ ਨਾਮ ਲਈ ਨਗਰ ਦੇ ਵਿੱਚ ਜਾ ਕੇ। ਉਹ ਨਗਰ ਦੇ ਜਿਹੜੇ ਮਨੁੱਖ ਕੋਲ ਜਾ ਕੇ ਕਵੇ ਮੈਂ ਉਸ ਇਨਸਾਨ ਨੂੰ ਮਿਲ ਕੇ ਆ। ਮਹਾਤਮਾ ਦਾ ਨਾਂ ਕੁਝ ਹੋਰ ਸੀ, ਉਹਨੇ ਆਪਣਾ ਕੋਈ ਨਾਂ ਕੁਝ ਹੋਰ ਦੱਸਿਆ। ਉਹ ਨਗਰ ਦੇ ਵਿੱਚ ਜਿਹਨੂੰ ਜਾ ਕੇ ਨਾਂ ਦੱਸੇ ਉਹਨੂੰ ਬੰਦੇ ਮੋਟੀਆਂ ਗਾਲਾਂ ਕੱਢਣ, ਬੜਾ ਮੰਦਾ ਭੁਲਾ ਕਹਿਣ ਵੀ ਤੂੰ ਉਹਦੇ ਕੋਲ ਹੋ ਕੇ ਆਇਆ। ਸਾਰੇ ਨਗਰ ਨੇ ਬੜੀਆਂ ਗਾਲਾਂ ਕੱਢੀਆਂ ਉਹਨੂੰ। ਸ਼ਾਮ ਨੂੰ ਵਾਪਸ ਆਇਆ, ਮਹਾਤਮਾ ਕਹਿਣ ਲੱਗਾ ਕਿ ਕਿਵੇਂ ਵਾਪਰਿਆ, ਕਿਵੇਂ ਰਿਹਾ? ਕਹਿੰਦਾ ਜੀ ਸਾਰਾ ਦਿਨ ਗਾਲਾਂ ਪਈਆਂ, ਤੁਹਾਡਾ ਜਦੋਂ ਨਾਮ ਦੱਸਿਆ ਕਿ ਇਸ ਤਰ੍ਹਾਂ ਮੈਂ ਉਹਨਾਂ ਨੂੰ ਮਿਲ ਕੇ ਆਇਆ। ਤਾਂ ਮਹਾਤਮਾ ਕਹਿਣ ਲੱਗਾ ਕਿ ਇਹ ਤੈਨੂੰ ਇੱਕ ਜੁਗਤ ਸਮਝਾਈ ਹੈ
ਕਿ ਜਦੋਂ ਤੁਸੀਂ ਹਉਮੈ ਦੇ ਤਲ 'ਤੇ ਜੀਵਨ ਜਿਉਂਦੇ ਹੋ, ਅਹੰਕਾਰ ਪੈਦਾ ਹੁੰਦਾ ਹੈ। ਅਤੇ ਹੰਕਾਰ ਤਾਂ ਪਰਮੇਸ਼ਰ ਦੇ ਦਰ ਘਰ ਵਿੱਚ ਪ੍ਰਵਾਨ ਨਹੀਂ, ਦੁਨੀਆ 'ਚ ਕਿੱਥੇ ਪ੍ਰਵਾਨ। ਉਹ ਕਹਿਣ ਲੱਗਾ ਗੱਲ ਸਮਝ ਨਹੀਂ ਆਈ। ਕਹਿਣ ਲੱਗਾ ਦਰਅਸਲ ਪਹਿਲਾਂ ਮੈਂ ਅਪਰਾਧੀ ਸਾਂ, ਅਵਗੁਣਾਂ ਦੇ ਨਾਲ ਭਰਿਆ ਸਾਂ, ਤਾਂ ਇਹ ਲੋਕਾਂ ਦੇ ਵਿੱਚ ਨਾਮ ਘ੍ਰਿਣਾ ਦਾ ਪਾਤਰ ਹੈ। ਇਸ ਕਰਕੇ ਜਦੋਂ ਅਸੀਂ ਆਪਣਾ ਨਾਮ ਅਵਗੁਣਾਂ ਹਉਮੈ ਵਾਲਾ ਲੈ ਕੇ ਚੱਲਾਂਗੇ, ਅਹੰਕਾਰ ਦਾ ਨਸ਼ਾ ਸਵਾਰ ਹੋਏਗਾ ਅਤੇ ਉਹਨੂੰ ਨਿਰਾਦਰ ਮਿਲੇਗਾ। ਇਸ ਕਰਕੇ ਆਪਣੀ ਸ਼ਖਸੀਅਤ ਦਾ ਪਰਿਵਰਤਨ ਆਪ ਸ਼ੁਰੂ ਕਰੋ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ, ਸੀਤਲੰਗ ਸਾਧ ਸੁਵੱਜਨ ਹੈ। ਹੁਣ ਤਾਂ ਦੁਨੀਆ ਦੀ ਤੋਰ ਹੀ ਵਿਨਸ ਗਈ ਹੈ। ਕੋਈ ਸਮਾਂ ਮੈਨੂੰ ਯਾਦ ਆਉਂਦਾ, ਸਾਹਿਤਕ ਤੌਰ 'ਤੇ ਪੜ੍ਹੀਦਾ ਹੈ ਕਿ ਮਨੁੱਖ ਨੂੰ ਮਨੁੱਖ ਦੀ ਚਾਹ ਹੁੰਦੀ ਸੀ। ਜਿਹੜਾ ਸ਼ਬਦ ਆਪ ਜੀ ਸੁਣਦੇ ਹੋ ਨਾ, ਦਾਨੇ, ਦਾਨੇ ਸ਼ਬਦ ਸੁਣਿਆ, ਦਾਨੇ ਪ੍ਰਦਾਨੇ, ਇਹ ਸ਼ਬਦ ਉਹ ਹੈ ਜਿਸ ਨਗਰ ਦੇ ਵਿੱਚ ਕੋਈ ਇੱਕ ਇਨਸਾਨ ਬੰਦਗੀ ਵਿੱਚ ਰਤਿਆ ਹੁੰਦਾ ਸੀ। ਉਹਦਾ ਜੀਵਨ ਸਾਰੇ ਨਗਰ ਦੇ ਲਈ ਸਮਝ ਲਓ ਕਿ ਜਿਵੇਂ ਇੱਕ ਸਰੋਵਰ ਵਰਗਾ ਹੁੰਦਾ ਸੀ, ਜਿਹੜੇ ਸਰੋਵਰ ਦਾ ਜਲ ਠੰਡਾ ਹੋਵੇ ਅਤੇ ਸਾਰੇ ਨਗਰ ਦੇ ਲੋਕ ਉਹਦੇ ਪਾਸ ਜਾ ਕੇ ਇਸ ਤਰ੍ਹਾਂ ਦੀਆਂ ਕਾਮਨਾਵਾਂ ਕਰਦੇ ਸਨ, ਆਪਣੀਆਂ ਜਗਿਆਸਾਵਾਂ ਸਾਂਝੀਆਂ ਕਰਦੇ ਸਨ ਅਤੇ ਉਹਨਾਂ ਦੀਆਂ ਜਗਿਆਸਾਵਾਂ ਨੂੰ ਸ਼ਾਂਤ ਕਰਦਾ ਸੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ, ਸੀਤਲੰਗ ਸਾਧ ਸੁਵੱਜਨ ਹੈ। ਇਸ ਕਰਕੇ ਸੰਸਾਰ ਨੂੰ ਅਸਲ ਸੀਤਲਤਾਈ ਪਹੁੰਚਾਉਣੀ ਹੈ, ਮਨੁੱਖ ਸਾਧ ਸੰਗਤ ਨੇ। ਹੁਣ ਪਹਿਲਾ ਪੱਧਰ ਦਵੈਤ ਦਾ, ਦੂਜਾ ਪ੍ਰਕਾਰ ਜਿਹੜਾ ਪੱਧਰ ਹੈ ਉਹ ਵਿਕਾਰਾਂ ਦੀ ਤਪਸ਼ ਦਾ, ਤੀਜਾ ਪੱਧਰ ਮਨੁੱਖ ਦੇ ਅੰਦਰ ਉਪਜਦਾ ਹੈ ਮਾਨਸਿਕ ਭਟਕਣਾ ਦਾ। ਵਿਕਾਰਾਂ ਅਤੇ ਮਾਨਸਿਕ ਭਟਕਣਾ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ, ਜ਼ਿਆਦਾ ਨਹੀਂ ਹੈ। ਮਾਨਸਿਕ ਭਟਕਣਾ ਦਾ ਪਤਾ ਹੈ ਕਿ ਵਿਕਾਰਾਂ ਨੂੰ ਸਾਧ ਲਿਆ, ਕੋਈ ਵਿਕਾਰ ਪ੍ਰਭਾਵਿਤ ਨਹੀਂ ਕਰਦਾ, ਪਰ ਕਦੀ ਕਦੀ ਵਿਕਾਰ ਐਸਾ ਹੱਲਾ ਕਰ ਦਿੰਦਾ ਕਿ ਮਹੀਨਿਆਂ ਪ੍ਰਤੀ ਜਿਹੜੀ ਮਾਨਸਿਕ ਅਸ਼ਾਂਤੀ ਬਣੀ ਰਹਿੰਦੀ ਹੈ। ਕਈ ਮਨੁੱਖ ਇਸ ਤਲ 'ਤੇ ਚੱਲ ਜਾਂਦੇ, ਜਿਹੜੇ ਸਤਸੰਗੀਆਂ ਦਾ ਅਧਿਆਤਮਿਕ ਵਿਕਾਸ ਹੁੰਦਾ ਹੈ ਉਹ ਬਹੁਤੀ ਵਾਰੀ ਮਾਨਸਿਕ ਭਟਕਣਾ ਦੇ ਵਿੱਚ ਹੁੰਦੇ ਨੇ। ਪਰ ਮਾਨਸਿਕ ਭਟਕਣਾ ਰੋਜ਼ਾਨਾ ਦੀ ਨਹੀਂ ਹੁੰਦੀ, ਕਿਤੇ ਸ਼ਾਈ ਸ਼ਮਾਈ ਇਸ ਤਰ੍ਹਾਂ ਦੇ ਲੱਛਣ ਵਾਪਰਦੇ ਨੇ। ਫਿਰ ਐਸੇ ਮਨੁੱਖ ਦੀ ਮਰਜ਼ ਵੀ ਸਾਧ ਪੁਰਖ ਦੀ ਸੰਗਤ ਬਣਦੀ ਹੈ। ਜਿਸ ਕਾਲਜ ਤੋਂ ਮੈਂ ਵਿੱਦਿਆ ਪ੍ਰਾਪਤ ਕੀਤੀ, ਉੱਥੋਂ ਦੇ ਪ੍ਰਿੰਸੀਪਲ ਸਨ ਪ੍ਰਿੰਸੀਪਲ ਗੰਗਾ ਸਿੰਘ ਜੀ, ਬੜੇ ਵੱਡੇ, ਉਹਨਾਂ ਨੂੰ ਸ਼ਬਦਾਂ ਦੇ ਜਾਦੂਗਰ ਕਿਹਾ ਜਾਂਦਾ ਸੀ, ਬਹੁਤ ਵੱਡੇ ਫਿਲਾਸਫਰ ਸੀ। ਕਿਸੇ ਸਮੇਂ ਉਹਨਾਂ ਨੇ ਮਹਾਤਮਾ ਗਾਂਧੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਉਹਨੇ ਅਯੋਗ ਟਿੱਪਣੀ ਕੀਤੀ ਸੀ। ਗੁਜਰਾਤ ਜਾ ਕੇ ਮਹਾਤਮਾ ਗਾਂਧੀ ਵਰਗੇ ਨੂੰ ਵੀ ਉਹਨਾਂ ਨੇ ਵਿਚਾਰ ਚਰਚਾ ਦੇ ਵਿੱਚ ਨਿਰਉੱਤਰ ਕਰਕੇ ਅਤੇ ਉਹਦੀ ਗਲਤੀ ਸੁਧਾਰੀ ਸੀ। ਉਹਨਾਂ ਨੇ ਸਾਰੀ ਜ਼ਿੰਦਗੀ ਸਾਧਨਾ ਕੀਤੀ। ਇੱਕ ਵਾਰੀ ਮਸਤੂਆਣਾ ਸਾਹਿਬ ਗਏ ਤਾਂ ਉੱਥੇ ਉਹ ਦਸਮ ਦੁਆਰ ਦੀ ਕਥਾ ਕਰ ਰਹੇ ਸਨ ਕਿ ਦਸਮ ਦੁਆਰ ਕੀ ਹੈ, ਪਰਮਾਨੰਦ ਕੀ ਹੈ, ਕਥਾ ਕਰ ਰਹੇ ਸਨ। ਸ਼ਬਦਾਂ ਦੀ ਜਾਦੂਗਰੀ ਸੀ, ਬੜੇ ਤੀਖਣ ਭਾਵ ਸਨ। ਕਦੇ ਉਹਨਾਂ ਦੀ ਪੁਸਤਕਾਂ ਪੜ੍ਹੋ, ਆਪ ਜੀ ਨੂੰ ਪਤਾ ਲੱਗ ਜਾਏਗਾ। ਬੜੀ ਕਮਾਲ ਦੀ ਕਥਾ ਕੀਤੀ। ਅਤੇ ਜਦੋਂ ਸਟੇਜ ਤੋਂ ਉਤਰੇ ਤਾਂ ਉਹ ਕਹਿਣ ਲੱਗੇ, ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ, ਕਿ ਜਿਸ ਗੱਲ ਦੀ ਬਾਤ ਪਾਈ ਹੈ, ਜਿਹਦੀ ਇੰਨੀ ਬਰੀਕ ਵਿਆਖਿਆ ਕੀਤੀ ਹੈ ਕਿ ਬੁੱਧੀ ਮੰਨ ਜਾਂਦੀ। ਹੁਣ ਕਈ ਵਾਰੀ ਇੰਨੀ ਬਰੀਕ ਵਿਆਖਿਆ ਕਈ ਇਨਸਾਨ ਕਰਦੇ ਨੇ, ਸੁਣਨ ਵਾਲਾ ਸਮਝ ਲੈਂਦਾ ਕਿ ਸ਼ਾਇਦ ਇਹ ਉਸ ਅਵਸਥਾ ਦੇ ਵਿੱਚੋਂ ਲੰਘ ਕੇ ਹੀ ਆਇਆ, ਪਰ ਸ਼ਬਦ ਬੜੀ ਵੱਡੀ ਸਮਰੱਥਾ, ਬੰਦਾ ਜੋ ਚਾਹੇ ਸਿਰਜ ਲਵੇ। ਕਹਿਣ ਲੱਗੇ ਕਿ ਕਦੀ ਇਸ ਗੱਲ ਦਾ ਕੋਈ ਹੁਲਾਰਾ ਵੀ ਮਾਣਿਆ, ਕੋਈ ਝਲਕ ਵੀ ਮਾਣੀ ਹੈ, ਕੋਈ ਮਾੜਾ ਮੋਟਾ 1-2 ਸਕਿੰਟ ਇਸ ਅਵਸਥਾ ਵਿੱਚ ਗੁਜ਼ਾਰੇ ਵੀ ਨੇ ਕਿ ਜਾਂ ਅਜੇ ਨਹੀਂ। ਤਾਂ ਹੁਣ ਦੇਖੋ, ਹੁਣ ਵਿਦਵਾਨ ਹੈ, ਉਹਨਾਂ ਨੇ ਵਾਹ ਕੀ ਕਹੇ। ਕਹਿੰਦੇ ਮੈਂ ਬੜਾ ਯਤਨ ਕੀਤਾ, ਬੜੇ ਸਾਲੇ ਵਾਲੇ ਪਾਸੇ ਲਗਾਏ, ਸਿਮਰਨ ਅਭਿਆਲ ਉਸ ਵਾਲੇ ਪਾਸੇ, ਪਰ ਕੋਈ ਰਸਕ ਅਵਸਥਾ ਉਚੇਰੀ ਵਾਪਰੀ ਨਹੀਂ। ਇਸ ਕਰਕੇ ਮੈਂ ਛੱਡ ਚੁੱਕਾ ਹਾਂ, ਹੁਣ ਮੈਨੂੰ ਆਨੰਦ ਨਹੀਂ ਆਉਂਦਾ। ਹੁਣ ਠੀਕ ਹੈ, ਮੇਰੀ ਕਥਨ ਦੀ ਜ਼ਿੰਮੇਵਾਰੀ ਹੈ, ਮੈਂ ਇਸ ਗੱਲ ਨੂੰ ਕਥਿਆ, ਇਸ ਨੂੰ ਜਾਣ ਕੇ ਕੋਈ ਪ੍ਰਯੋਗ ਵਿੱਚ ਲਿਆਵੇ, ਉਹ ਇਹਦਾ ਅਧਿਕਾਰੀ ਹੋ ਸਕੇ। ਜਿਵੇਂ ਕਿਰਪਾਨਾਂ ਘੜਨ ਵਾਲਾ, ਇਹ ਥੋੜ੍ਹਾ ਕਿ ਕਿਰਪਾਨ ਚਲਾਉਣੀ ਵੀ ਜਾਣਦਾ ਹੋਵੇ, ਇਹ ਤਾਂ ਉਹਨੂੰ ਸੂਰਬੀਰ ਹੀ ਚਲਾਏਗਾ। ਤਾਂ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿਣ ਲੱਗੇ, ਠੀਕ ਹੈ, ਮੈਂ ਦਸਮ ਦੁਆਰ ਦੀ ਪਰਮਾਨੰਦ ਦੀ ਬਾਤ ਪਾਈ ਹੈ, ਵਿਆਖਿਆ ਕੀਤੀ ਹੈ, ਪਰ ਮੈਨੂੰ ਇਹ ਅਵਸਥਾ ਦਾ ਆਭਾਸ ਨਹੀਂ ਹੈ। ਤਾਂ ਹੁਣ ਮੇਰਾ ਜੀਅ ਨਹੀਂ ਕਰਦਾ, ਕਹਿੰਦੇ ਇਹ ਯਤਨ ਕਰਨ ਨੂੰ। ਤਾਂ ਉਹ ਮਹਾਂਪੁਰਖ ਕਹਿਣ ਲੱਗੇ ਕਿ ਚਲੋ ਨਹੀਂ ਯਤਨ ਕਰਦਾ, ਕੋਈ ਗੱਲ ਨਹੀਂ, 5 ਮਿੰਟ ਸਾਡੇ ਨਾਲ ਲਾ ਲਓ। ਤਾਂ ਕਹਿਣ ਲੱਗੇ ਜੀ ਨਹੀਂ, ਕਹਿੰਦੇ ਜੀ ਗੱਲ ਨਹੀਂ, ਬੜਾ ਮੈਂ ਤਾਂ ਕਹਿੰਦੇ ਸਾਰੀ ਜ਼ਿੰਦਗੀ ਲੰਘ ਗਈ, ਕੋਈ ਨਵੀਂ ਗੱਲ ਥੋੜ੍ਹਾ ਹੈ। ਕਹਿੰਦੇ ਜੀ ਨਹੀਂ, ਫਿਰ ਵੀ 5 ਮਿੰਟ ਸਾਡੇ ਨਾਲ ਬੈਠ ਕੇ ਰੱਬ ਰੱਬ ਕਰ ਲਓ, ਹੋ ਸਕਦਾ। ਚਲੋ ਜੀ, ਮੰਨ ਲਿਆ। 5-7 ਮਿੰਟ ਬੈਠੇ, ਗੁਰੂ ਦੀ ਯਾਦ ਵਿੱਚ ਜੁੜੇ, ਅਕਾਲ ਪੁਰਖ ਦੇ ਵਿੱਚ ਲੀਵਲੀਨਤਾ ਬਣੀ। ਐਸਾ ਪਰਮਾਨੰਦ ਵਾਪਰਿਆ। ਜਦੋਂ ਆਰਾਮ ਦੇ ਨਾਲ ਸਹਿਜ ਅਵਸਥਾ ਦੇ ਵਿੱਚ ਦੁਬਾਰਾ ਬਚਨਾਂ ਦੀ ਸਾਂਝ ਪਾਈ ਤਾਂ ਕਹਿਣ ਲੱਗੇ, ਬਾਬਾ ਅਤਰ ਸਿੰਘ ਜੀ ਹੁਣ ਸੁਣਾਓ ਮਨ ਦੀ ਕੀ ਅਵਸਥਾ ਹੈ। ਕਹਿੰਦੇ ਸਾਧ ਕੈ ਸੰਗ ਨਹੀਂ ਕਛ ਕਾਲ। ਸਾਨੂੰ ਲੱਗਦਾ ਨਾ ਰੋਜ਼ਾਨਾ ਨਿਤਨੇਮ ਕਰਾਂਗੇ, ਸਾਧਨਾ ਕਰਾਂਗੇ, ਫਿਰ ਜੀਵਨ ਸਫਲਾ ਹੋਏਗਾ। ਕਿਤੇ ਪੂਰਨ ਪੁਰਖ ਦੀ 2 ਘੜੀਆਂ ਦੀ ਸੰਗਤ ਮਿਲ ਜਾਏ, ਸਾਰਾ ਜੀਵਨ ਵੀ ਸਫਲ ਹੋ ਜਾਂਦਾ। ਜਿਵੇਂ ਉਦਾਹਰਨ ਦੇ ਤੌਰ 'ਤੇ
ਇੱਕ ਮਾਚਿਸ ਦੀ ਤੀਲੀ ਸਾਰਾ ਜੰਗਲ ਰਾਖ ਕਰ ਦਿੰਦੀ ਹੈ। ਜੇ ਕਿਤੇ ਸਾਧੂ ਦੀ ਇੱਕ ਕਰੁਣਾਮਈ ਦ੍ਰਿਸ਼ਟੀ ਹੋ ਜਾਏ ਤਾਂ ਉਹ ਵੀ ਤਮਾਮ ਜੀਵਨ ਦਾ ਉਧਾਰ ਕਰ ਦਿੰਦੀ ਹੈ। ਇਹ ਮਾਨਸਿਕ ਭਟਕਣਾ ਵਾਲਿਆਂ ਦੀ ਗੱਲ। ਹੁਣ ਇਸ ਤੋਂ ਵੀ ਅਗਲੇ ਪੱਧਰ ਦੇ ਸਤਸੰਗੀ ਹੁੰਦੇ ਨੇ, ਇਸ ਤੋਂ ਅਗਲੇ ਹੁੰਦੇ ਨੇ ਜਿਹੜੇ ਆਤਮਿਕ ਪੱਧਰ 'ਤੇ ਵਿਕਾਸ ਰੋਗਿਆ ਹੁੰਦਾ ਉਹਦੇ ਲਈ ਤੜਫ ਰਹੇ ਹੁੰਦੇ ਨੇ। ਹੁਣ ਕਰੇ ਕੀ? ਸਭ ਤੋਂ ਪਹਿਲਾਂ ਦਵੈਤ ਮਿਟ ਗਿਆ ਹੈ, ਵਕਾਰ ਵੀ ਖਤਮ ਹੋ ਗਏ ਨੇ, ਮਾਨਸਿਕ ਭਟਕਣਾ ਵੀ ਬਿਲਕੁਲ ਖਤਮ ਹੋ ਗਈ ਹੈ। ਹੁਣ ਆਤਮਿਕ ਜੀਵਨ ਦਾ ਭੇਦ ਨਹੀਂ ਖੁੱਲ੍ਹ ਰਿਹਾ। ਆਤਮਿਕ ਜੀਵਨ ਦਾ ਭੇਦ ਕੀ ਹੁੰਦਾ ਹੈ ਕਿ ਉਦਾਹਰਨ ਦੇ ਤੌਰ 'ਤੇ ਇਹ ਵਾਕ ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਮਰਾਂਗੇ, ਅਸੀਂ ਕਹਿੰਦੇ ਨਾ ਕਿ ਅਸੀਂ ਮਰਾਂਗੇ, ਇਹ ਸਾਰੇ ਵਾਕ ਕਹਿੰਦੇ ਨੇ। ਜਿਹੜਾ ਆਤਮਿਕ ਤਲ ਦੀ ਸਮੱਸਿਆ ਦੇ ਵਿੱਚ ਜੂਝਦਾ ਉਹ ਕਹਿੰਦਾ ਕਿ ਇਹਨੂੰ ਮੈਂ ਗਿਆਨ ਤਾਂ ਕਰ ਲਿਆ, ਇਹ ਮੇਰੀ ਦੇਹ ਦਾ ਵੀ ਅਭਿਆਸ ਬਣ ਗਿਆ, ਪਰ ਇਹ ਮੇਰੇ ਜਿਉਂਦਿਆਂ ਕਿਉਂ ਨਹੀਂ ਵਾਪਰ ਰਿਹਾ, ਭਾਵ ਕਿ ਮੈਂ ਜਿਉਂਦਿਆਂ ਕਿਉਂ ਨਹੀਂ ਮਰ ਰਿਹਾ, ਮਤਲਬ ਮੇਰੀ ਹਸਤੀ ਪੂਰੀ ਪ੍ਰਵਿਰਤ ਕਿਉਂ ਨਹੀਂ ਰਹੀ। ਇੱਥੇ ਬਹੁਤ ਸੂਖਮ ਹਉਮੈ ਇੱਥੇ ਜਾ ਕੇ ਰਹਿ ਜਾਂਦੀ ਹੈ। ਤਾਂ ਇਹਨੂੰ ਵਿਦਵਾਨਾਂ ਨੇ ਪਿਆਜ਼ ਦੀ ਛਿੱਲੜ ਦੀ ਜਿਹੜੀ ਅੰਦਰਲੇ ਪਾਸੇ ਛਿਲਕਾ ਹੁੰਦਾ ਨਾ ਉਹਦੇ ਨਾਲ ਦਰਸਾਇਆ ਕਿ ਉਹ ਪਛਾਣ ਵਿੱਚ ਨਹੀਂ ਆਉਂਦਾ, ਉਹ ਜਦੋਂ ਖੁਰਚੀਏ ਫਿਰ ਹੀ ਪਤਾ ਲੱਗਦਾ ਕਿ ਇਹਦੇ ਉੱਪਰ ਕੋਈ ਬਾਰੀਕ ਛਿਲਕਾ ਜਿਹਾ ਹੈ। ਤਾਂ ਇਸੇ ਪ੍ਰਕਾਰ ਭਾਈ ਨੰਦ ਲਾਲ ਜੀ ਦਾ ਇੱਕ ਸ਼ੇਅਰ ਹੈ, ਉਹਦੇ ਵਿੱਚ ਉਹ ਆਖਦੇ ਨੇ, ਕਹਿੰਦੇ ਜਦੋਂ ਇੱਕ ਕਤਰਾ ਸਾਗਰ ਦੇ ਵਿੱਚ ਜਜ਼ਬ ਹੋਣ ਲੱਗਾ ਉਦੋਂ ਉਹਨੂੰ ਪਤਾ ਲੱਗਾ ਕਿ ਮੈਂ ਕੀ ਸਾਂ, ਉਸ ਤੋਂ ਪਹਿਲਾਂ ਉਹ ਅਣਜਾਣ ਹੀ ਸੀ। ਇਸ ਕਰਕੇ ਆਤਮਿਕ ਤਲ 'ਤੇ ਜਿਉਣ ਵਾਲੇ ਸਤਸੰਗੀ ਇਸ ਸਮੱਸਿਆ ਦੇ ਵਿੱਚ ਹੁੰਦੇ ਨੇ। ਇਸ ਕਰਕੇ ਉਹਨਾਂ ਬੰਦਿਆਂ ਦੀ ਉਦਾਸੀ ਚਿੰਤਾ ਆਮ ਸੰਸਾਰੀਆਂ ਵਰਗੀ, ਪਰ ਸੰਸਾਰ ਉਹਨਾਂ ਨੂੰ ਉਸੇ ਨੂੰ ਕਿਤੇ ਤੋਂ ਅਬਜ਼ਰਵ ਕਰਦਾ ਹੈ। ਤਾਂ ਕਰਕੇ ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਏ। ਗੁਰੂ ਨਾਨਕ ਸਾਹਿਬ ਜੀ ਨੇ ਭੋਜਨ ਪਾਣੀ ਛੱਡਿਆ, ਆਮ ਬੋਲਣਾ ਚੱਲਣਾ ਛੱਡਿਆ, ਜੀਵਨ ਦੀ ਕਾਰ ਵਿਹਾਰ ਛੱਡੀ। ਪਰਿਵਾਰ ਨੂੰ ਲੱਗਾ ਕਿਸੇ ਗਹਿਰੇ ਰੋਗ ਤੋਂ ਪੀੜਤ ਹੋ ਗਏ ਨੇ, ਅਤੇ ਗੁਰੂ ਸਾਹਿਬ ਜੀ ਨੇ ਕੀ ਕਿਹਾ? ਕਰਕ ਕਲੇਜੇ ਮਾਹੇ, ਤੁਸੀਂ ਸਰੀਰ ਦੇ ਤਲ 'ਤੇ ਮੇਰਾ ਰੋਗ ਬੁੱਝਣ ਲੱਗੇ। ਹੁਣ ਇਹ ਵੀ ਗੱਲ ਚੰਗੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਇਹ ਫਿਰ ਇਹ ਗੱਲਾਂ ਕਰਕੇ ਜੀਵਨ ਦਾ ਵਿਵਹਾਰ ਪਲਟਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਮੈਂ ਕਿਸੇ ਨੂੰ ਕਿਸੇ ਦਾ ਹਾਲ ਚਾਲ ਨਹੀਂ ਪੁੱਛਦਾ, ਮੈਂ ਪੁੱਛਦਾ ਮਨ ਦਾ ਕੀ ਹਾਲ ਹੈ, ਕਿਉਂਕਿ ਮਨ ਦੇ ਤਲ 'ਤੇ ਸਰੀਰਕ ਤੌਰ 'ਤੇ ਤਾਂ ਆਪੇ ਬੰਦਾ ਉਪਚਾਰ ਕਰ ਲਏਗਾ, ਡਾਕਟਰ ਕੋਲ ਚੱਲ ਜਾਏਗਾ, ਉਹਦਾ ਪਰਿਵਾਰ ਹੈ, ਖੁਦ ਹੈ ਉਹ ਆਪਣੀ ਚਿੰਤਾ ਕਰਨ ਵਾਲਾ, ਪਰ ਕਿਸੇ ਦੀ ਮਾਨਸਿਕ ਦਾ ਖਿਆਲ ਕਰਨ ਵਾਲੇ ਬਹੁਤ ਵਿਰਲੇ ਹੁੰਦੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੀਤਲੰਗ ਸਾਧ ਸੁਵੱਜਨੇ। ਅਤੇ ਹੁਣ ਜਿਹੜੀ ਆਤਮਿਕ ਜੀਵਨ ਦੀ ਸਮੱਸਿਆ ਹੈ ਕਿ ਹੁਣ ਜਿਵੇਂ ਹੁਣ ਭਗਤ ਸਾਹਿਬਾਨਾਂ ਨੇ ਜਦੋਂ ਇਹ ਵਾਕ ਕਹੇ ਨੇ ਕਿ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਆਤਮਿਕ ਜੀਵਨ ਦਾ ਹੀ ਸੰਕਟ ਹੈ ਕਿ ਇੰਨੀ ਸਾਧਨਾ ਕਰ ਲਈ ਹੈ, ਸਾਰਾ ਕੁਝ ਦੁਨੀਆ ਭਗਤ ਕਹਿ ਰਹੀ ਹੈ, ਸਾਡੇ ਤੋਂ ਕਈ ਬਖਸ਼ਿਸ਼ਾਂ ਲਈ ਜਾ ਰਹੀ ਹੈ, ਪਰ ਸਾਡੀ ਆਪਣੀ ਇੱਕ ਸਮੱਸਿਆ ਹੈ ਆਤਮਿਕ ਜੀਵਨ ਦਾ ਸੰਕਟ। ਤਾਂ ਇਸ ਕਰਕੇ ਫਿਰ ਕਹਿੰਦੇ ਹਨ ਭਗਤ ਸਾਹਿਬਾਨ ਜੀ, ਕਹਿ ਰਵਿਦਾਸ ਆਸ ਲਗ ਜੀਵੋ। ਫਿਰ ਉੱਥੇ ਯਤਨ ਵੀ ਕੰਮ ਨਹੀਂ ਆਉਂਦਾ, ਉੱਥੇ ਕੇਵਲ ਅਰਦਾਸ ਹੀ ਆਉਂਦੀ। ਕਿਸੇ ਨੇ ਬੀਬੀ ਰਾਬੀਆ ਨੂੰ ਪੁੱਛਿਆ, ਸਾਰਾ ਦਿਨ ਤੇਰੇ ਹੱਥ ਦੁਆ ਵਿੱਚ ਜੁੜੇ ਰਹਿੰਦੇ ਨੇ, ਇਹਦਾ ਕਾਰਨ ਕੀ ਹੈ? ਸਾਰਾ ਦਿਨ ਕਹਿੰਦੇ ਅਸੀਂ 5 ਮਿੰਟ ਨਮਾਜ਼ ਪੜ੍ਹਨ ਲੱਗਿਆਂ ਹੱਥ ਉੱਪਰ ਕਰਦੇ ਹਾਂ, ਬਾਹਾਂ ਪੀੜ ਹੋਣ ਲੱਗ ਪੈਂਦੀਆਂ ਨੇ। ਉਹ ਕਹਿੰਦੀ ਕਿ ਜਿੰਨਾ ਮੈਨੂੰ ਮੇਰੇ ਗੁਨਾਹਾਂ ਦਾ ਪਤਾ ਲੱਗ ਗਿਆ ਉਸ ਹਿਸਾਬ ਨਾਲ ਤੇ ਭਾਵੇਂ ਮੇਰੀਆਂ ਕਰੋੜਾਂ ਜਨਮਾਂ ਬਾਹਾਂ ਤਾਂ ਰਹਿਣ ਤਾਂ ਵੀ ਅਵਗੁਣਾ ਗੁਨਾਹਾਂ ਦਾ ਭਾਵ ਨਾਸ਼ ਹੋਣ ਵਾਲਾ ਨਹੀਂ ਹੈ। ਇਸ ਕਰਕੇ ਮੈਂ ਇਹਨੂੰ ਦ੍ਰਿੜ ਰੂਪ ਦੇ ਵਿੱਚ ਉਠਾ ਕੇ ਰੱਖਦੀ ਹਾਂ ਕਿ ਕਿਤੇ ਇੱਕ ਭਾਵ ਕਿ ਹਰ ਵੇਲੇ ਖੜੀਆਂ ਰੱਖਾਂ। ਜਦੋਂ ਕਦੇ ਮੇਰੀਆਂ ਇਹਨਾਂ ਬਾਹਾਂ ਦੁਆਵਾਂ ਵਾਲੇ ਹੱਥਾਂ 'ਤੇ ਉਹਦੀ ਨਜ਼ਰ ਪੈ ਗਈ, ਮੇਰੇ ਸਾਰੇ ਜੀਵਨ ਦੇ ਅਵਗੁਣ ਮਿਟ ਜਾਣਗੇ। ਇਸ ਕਰਕੇ ਕਿਹਾ ਕਦੀ ਵੀ ਬੰਦਗੀ ਨਾ ਛੋੜੋ, ਜਦੋਂ ਬੰਦਗੀ ਦੇ ਵਿੱਚ ਨਹੀਂ ਵੀ ਰਸ ਆ ਰਿਹਾ ਤਾਂ ਵੀ ਨਾ ਛੱਡੋ। ਹੁਣ ਕਈ ਐਸੇ ਮਿਲ ਜਾਣਗੇ ਜੀ ਮਹੀਨਾ ਹੋ ਗਿਆ ਕੋਈ ਗੱਲ ਬਣੀ ਨਹੀਂ। ਮੈਂ ਤਾਂ ਦੁਨੀਆ ਦੀ ਕਿਹੜੀ ਗੱਲ ਮਹੀਨੇ 'ਚ ਬਣਦੀ ਹੈ ਦੱਸ ਦਿਓ। ਇੱਥੋਂ ਤੱਕ ਕਿ ਆ ਸ਼ਿਕੰਜਵੀ ਵਾਲਾ ਪਾਣੀ ਬਣਾਉਣਾ 5 ਮਿੰਟ ਲੱਗਦੇ ਨੇ, 1 ਮਿੰਟ 'ਚ ਤਾਂ ਉਹ ਵੀ ਨਹੀਂ ਬਣਦਾ। ਦੁਨੀਆ ਦੀ ਕੋਈ ਗੱਲ ਐਸੀ ਦੱਸੋ ਤਾਂ ਸਹੀ ਜਿਹੜੀ ਬਹੁਤ ਜਲਦੀ ਬਣ ਜਾਂਦੀ ਹੈ। ਕੋਈ ਵੀ ਗੱਲ ਦੁਨੀਆ ਦੀ ਐਸੀ ਜਲਦੀ ਨਹੀਂ ਬਣਦੀ। ਤਾਂ ਫਿਰ ਜਿਹੜੀ ਉੱਚੀ ਸਾਧਨਾ ਉਹਦੇ ਲਈ ਉਨਾ ਯਤਨ ਚਾਹੀਦਾ। ਕਹਿੰਦੇ ਕੋਈ ਵਿਦਿਆਰਥੀ ਯੂਨੀਵਰਸਿਟੀ ਆਇਆ ਤਾਂ ਉਹਦੇ ਮਾਤਾ ਪਿਤਾ ਕਹਿੰਦੇ ਜੀ ਬੱਚੇ ਨੂੰ ਸਕਾਲਰ ਬਣਾਉਣਾ, ਤਾਂ ਉਹ ਕਹਿੰਦੇ ਇਹਦੀ ਉਮਰ ਕਿੰਨੀ ਹੈ ਜੀ? ਕਹਿੰਦੇ 12 ਸਾਲ। ਕਹਿੰਦੇ 30 ਸਾਲ ਦੀ ਉਮਰ 'ਚ ਆ ਕੇ ਵਾਪਸ ਲੈ ਦਿਓ। ਕਹਿੰਦੇ ਜੀ 30 ਸਾਲ 18 ਸਾਲ। ਕਹਿੰਦਾ ਹਾਂਜੀ ਫਿਰ ਸਕਾਲਰ ਬਣਾਉਣਾ ਹੈ ਨਾ, ਕੋਈ ਅਖਬਾਰ ਪੜ੍ਹਨ ਵਾਲਾ ਥੋੜ੍ਹਾ ਬਣਾਉਣਾ ਇਹਨੂੰ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੀਤਲੰਗ ਸਾਧ ਸੁਵੱਜਨੇ, ਸਾਧ ਪੁਰਖਾਂ ਦੀ ਸੰਗਤ ਦੇ ਵਿੱਚ ਜੁੜ ਕੇ ਉਹਨਾਂ ਦੇ ਜੀਵਨ ਦੀ ਬਖਸ਼ਿਸ਼ ਕਿ ਉਹਨਾਂ ਨੇ ਜੀਵਨ ਕਿਵੇਂ ਜੀਵਿਆ, ਫਿਰ ਉਹਨਾਂ ਦਾ ਜੀਵਨ ਜਦੋਂ ਨਿੱਜ ਦੀ ਪ੍ਰੇਰਣਾ ਬਣਦਾ ਹੈ, ਫਿਰ ਸੁਵੱਜਨੇ, ਫਿਰ ਮਨੁੱਖ ਸੱਜਣਤਾਈ ਦੇ ਰੂਪ ਵਿੱਚ ਹੁੰਦਾ। ਔਰ ਸਾਧ ਜਨ ਕਿਵੇਂ ਦੇ ਹੁੰਦੇ ਨੇ? ਹੁਣ ਚੰਦਰਮਾ ਦੀ ਰੌਸ਼ਨੀ ਅਸੀਂ ਜਾਣਦੇ ਹਾਂ ਸੂਰਜ 'ਤੇ ਆਧਾਰਿਤ ਹੈ। ਇਸੇ ਤਰ੍ਹਾਂ ਰੱਬੀ ਗੁਣਾਂ ਦੇ ਭੰਡਾਰ ਤੋਂ ਜਦੋਂ ਰੱਬੀ ਗੁਣ ਕਿਸੇ ਉੱਤਮ ਪੁਰਖ ਦੇ ਅੰਦਰ ਸਮਾ ਜਾਂਦੇ ਹਨ ਉਹ ਸਾਧ ਹੋ ਜਾਂਦਾ। ਇਸੇ ਪ੍ਰਕਾਰ ਕਹੀਏ ਹੁਣ ਜਿਵੇਂ ਚੰਦਨ ਨੂੰ ਸੱਪ ਲਿਪਟੇ ਹੁੰਦੇ ਨੇ, ਇਸੇ ਤਰ੍ਹਾਂ ਮਹਾਤਮਾ ਇਹਨਾਂ ਜਿਹੜੀ ਸਾਧ ਪੁਰਖ ਹੁੰਦੇ ਹਨ ਉਹਨਾਂ ਨੇ ਆਪਣੇ ਜੀਵਨ ਨੂੰ ਬੰਦਗੀ ਦੀ ਸ਼ੀਤਲਤਾ ਦੇ ਨਾਲ ਇੰਨਾ ਭਰ ਲਿਆ ਹੁੰਦਾ ਹੈ
ਕਿ ਉਹਨਾਂ ਦੇ ਪਾਸ ਬੈਠਣ ਦੇ ਨਾਲ ਮਨੁੱਖਾਂ ਨੂੰ ਆਤਮਿਕ ਸਕੂਨ ਦਾ ਅਨੁਭਵ ਹੁੰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੀਤਲੰ ਸਾਧ ਸੁਵਜਨ, ਪਾਵਨ ਗੁਰਬਾਣੀ ਦਾ ਫਰਮਾਨ ਹੈ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਸੀਤਲਤਾ ਦੀ ਸਾਧ ਸੰਗਤ ਵਿੱਚੋਂ ਮਿਲਣ ਵਾਲੀ ਮਹਾਨਤਾ ਉਹਨੂੰ ਸਮਝਦੀ ਹੈ ਜਿਹਦੇ ਭਾਵਾਂ ਦੇ ਵਿੱਚ ਸਤਸੰਗ ਉਤਰ ਗਈ ਹੈ। ਬਹੁਤੇ ਮਨੁੱਖਾਂ ਦੇ ਕੇਵਲ ਦੇਹ ਅਭਿਆਸ ਦੇ ਵਿੱਚ ਹੀ ਸਤਸੰਗ ਉਤਰੀ ਹੁੰਦੀ ਹੈ। ਜਿਨ੍ਹਾਂ ਦੇ ਭਾਵਾਂ ਵਿੱਚ ਸਤਸੰਗ ਉਤਰੀ ਹੁੰਦੀ ਹੈ ਫਿਰ ਉਹਨਾਂ ਦੇ ਉਹੀ ਇਸ ਗੱਲ ਨੂੰ ਜਾਣ ਸਕਦੇ ਨੇ ਕਿ ਸਾਧ ਸੰਗਤ ਕਿੱਡੀ ਵੱਡੀ ਚੀਜ਼। ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਕਿਤੇ ਇਹਦੀ ਮਹਿਮਾ ਨੂੰ ਜਾਣੋ, ਮਾਣੋ ਅਤੇ ਆਪਣੀ ਜੀਵਨ 'ਚ ਦ੍ਰਿੜ ਕਰੋ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ। ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਲੋਕ ਦੀ ਲੜੀਵਾਰ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਜੀ ਦੇ ਸਨਮੁਖ ਰੱਖਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।